सत श्री अकाल जी। मैं हरकृत सिंह गल करदा पंजाबनामा वेख रही सारे दर्शकों का। जिमें कि सारिਆਂ ਨੂੰ पता ही है कि जिहड़ा किसानी अंदोलन है उन्होंने लेके सियासत भी सरगर्म है तो ਵੱਖ-ਵੱਖ ਜਿਹੜੇ हल्के ने भावें ਉਹ राजनीतिक होण ਜਾਂ समाजिक होण उन्हां दे विच जिहड़ी मुख चर्चा वो चल रही है किसानी अंदोलन ਨੂੰ लेके। किसानी मुद्दों पर गलबात करने लई साडे गैल जिहड़े अज मौजूद ने गुरप्रीत सिंह ढिल्लों जी जिहड़े कि चंडीगढ़ के बीजेपी के स्पोक्समैन ने बुलारे ने बीजेपी वालों ਉਹ मौजूदा MC ने चंडीगढ़ ਦੇ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਨੇ ਚੰਡੀਗੜ੍ਹ ਦੇ। ਸਾਡੇ ਨਾਲ ਉਹ ਗੱਲਬਾਤ ਕਰਨਗੇ। ਗੁਰਪ੍ਰੀਤ ਢਿੱਲੋਂ ਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛਣਾ ਚਾਹੂੰਗੇ ਜਿਵੇਂ ਕਿ ਜਿਹੜੀ ਇੱਕ ਵੱਡੀ ਖਬਰ ਆ ਰਹੀ ਹੈ ਤਿੰਨ ਜਿਹੜੇ ਹੋਰ ਕਿਸਾਨ ਆ ਉਹ ਕਿਸਾਨੀ ਅੰਦੋਲਨ ਦੀ ਭੇਟ ਚੜ ਗਏ ਨੇ, ਉਹ ਆਪਣੀ ਸ਼ਹਾਦਤ ਦੇ ਚੁੱਕੇ ਨੇ। ਉਹ ਹੈਗੇ ਨੇ ਫਿਰੋਜ਼ਪੁਰ, ਅਮਰਗੜ੍ਹ ਤੇ ਰਾਜਪੁਰਾ ਦੇ ਨਾਲ ਸੰਬੰਧਿਤ ਨੇ। ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਜਿਹੜੇ ਹਰਦੇਵ ਸਿੰਘ ਹੈ ਪਿੰਡ ਰਾਏਪੁਰ ਤੋਂ ਨੇ, ਕਿਸਾਨ ਕਰਮਜੀਤ ਸਿੰਘ ਪਿੰਡ ਮੰਡੋਲੀ ਤੋਂ ਤੇ ਦਵਿੰਦਰ ਸਿੰਘ ਨੇ। ਇਹ ਤਿੰਨ ਜਿਹੜੇ ਕਿਸਾਨ ਆਗੂਆਂ ਇਹਨਾਂ ਤੋਂ ਇਲਾਵਾ ਹੋਰ ਜਿਹੜੀ ਗਿਣਤੀ ਆ ਉਹ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਤੁਸੀਂ ਇੱਕ ਸਮਾਜਿਕ ਵਿਅਕਤੀ ਹੋਣ ਦੇ ਨਾਤੇ ਤੇ ਇੱਕ ਪਾਰਟੀ ਦੇ ਬੁਲਾਰੇ ਵਜੋਂ ਕਿਵੇਂ ਇਹਨਾਂ ਜਿਹੜੀਆਂ ਮੌਤਾਂ ਹੋ ਰਹੀਆਂ ਕਿਵੇਂ ਵੇਖਦੇ ਆ ਇਹਨਾਂ ਨੂੰ? ਦੇਖੋ, ਸਾਨੂੰ ਬਹੁਤ ਇਸ ਗੱਲ ਦਾ ਅਫਸੋਸ ਹੈ ਕਿ ਸਾਡੇ ਕਿਸਾਨ ਭਰਾ ਜਿਹੜੇ ਨੇ ਉਹ ਉਹਨਾਂ ਦੀ ਮੌਤ ਹੋਈ ਹੈ ਔਰ ਕਿਸੇ ਦਾ ਵੀ ਸੰਸਾਰ ਤੋਂ ਜਾਣਾ ਇੱਕ ਦੁਖਦ ਹੁੰਦਾ। ਸਮਾਜਿਕ ਤੌਰ ਤੇ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਔਰ ਅਸੀਂ ਉਸ ਪਰਿਵਾਰ ਦੇ ਨਾਲ ਇਸ ਗੱਲ ਦੀ ਸੰਵੇਦਨਾ ਜਿਹੜੀ ਹੈ ਉਹ ਵਿਅਕਤ ਕਰਦੇ ਹਾਂ ਜੀ। ਤੇ ਜਿਹੜਾ ਇਹ ਇਕੱਲੇ ਤਿੰਨ ਕਿਸਾਨ ਹੀ ਨਹੀਂ, ਇਹ ਤੋਂ ਪਹਿਲਾਂ ਵੀ ਜਿੰਨੇ ਵੀ ਆਪਣੇ ਉੱਥੇ ਕੋਈ ਠੰਡ ਦੇ ਦੌਰਾਨ ਜਾਂ ਕਿਸੇ ਨੂੰ ਹਾਰਟ ਅਟੈਕ ਹੋਇਆ, ਕਿਸੇ ਨੂੰ ਐਕਸੀਡੈਂਟ ਹੋਇਆ ਜਾਂ ਕੋਈ ਵੀ ਹੋਇਆ, ਉਹ ਸਾਰਿਆਂ ਦੇ ਨਾਲ ਸਾਡੀਆਂ ਸੰਵੇਦਨਾ ਹੈਗੀਆਂ ਨੇ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜੀ ਤੇ ਉਹਨਾਂ ਦੇ ਅੱਗੇ ਪਰਿਵਾਰ ਨੂੰ ਭਾਣਾ ਮੰਗਣ ਦਾ ਜਿਹੜਾ ਬਲ ਬਖਸ਼ੇ ਜੀ। ਜੇ ਤੁਸੀਂ ਰਾਜਨੀਤਿਕ ਤੌਰ ਤੇ ਜੇ ਦੇਖਦੇ ਹੋ ਤਾਂ ਤੁਹਾਡੀ ਜਿਹੜੀ ਨੈਤਿਕ ਤੌਰ ਤੇ ਬੀਜੇਪੀ ਦੀ ਜਿਹੜੀ ਤੁਹਾਡੀ ਸਰਕਾਰ ਉਹ ਕਿਵੇਂ ਵੇਖਦੀ ਹੈ ਇਹਨਾਂ ਜਿਹੜੀਆਂ ਅਣਾਈਆਂ ਮੌਤਾਂ ਆ ਰਹੀਆਂ ਨੇ ਇਹਨੂੰ? ਕਿਉਂਕਿ ਮੌਤਾਂ ਦਾ ਭਾਵੇਂ ਕਿ ਪਰਮਾਤਮਾ ਵੱਲੋਂ ਜਿੰਨੇ ਸਵਾਸ ਹੁੰਦੇ ਆ ਉਹ ਬਖਸ਼ੇ ਗਏ ਆ, ਉਹ ਜਦੋਂ ਪੂਰੇ ਹੁੰਦੇ ਆ ਤਾਂ ਅਕਾਲ ਚਲਾਣਾ ਮਨੁੱਖ ਕਰਦਾ। ਪਰ ਜਿਹੜੀਆਂ ਸ਼ਹਾਦਤਾਂ ਇਹ ਕਿਸਾਨੀ ਅੰਦੋਲਨ ਨੂੰ ਸੰਬੰਧਿਤ ਨੇ, ਕਿਉਂਕਿ ਇਹਦਾ ਜਿਹੜਾ ਦੋਸ਼ ਆ ਕਿਤੇ ਨਾ ਕਿਤੇ ਨੇ ਜਿਵੇਂ ਖੁਦਕੁਸ਼ੀਆਂ ਹੋਈਆਂ ਨੇ, ਭਾਵੇਂ ਉਹ ਪਿਛਲੇ ਸਮੇਂ ਬਾਬਾ ਜੀ ਵੱਲੋਂ ਆਤਮ ਹੱਤਿਆ ਸੀ ਜਾਂ ਹੋਰ ਆਤਮ ਹੱਤਿਆ, ਉਹਦੇ ਵਿੱਚ ਜਿਹੜਾ ਮੁੱਖ ਨੋਟ ਹੈ ਖੁਦਕੁਸ਼ੀ ਦਾ ਉਹਦੇ ਵਿੱਚ ਕੇਂਦਰ ਸਰਕਾਰ ਦੇ ਅੜੀਆ ਰਵੱਈਏ ਨੂੰ ਕਿਹਾ ਗਿਆ ਹੈ। ਢਿੱਲੋਂ ਸਾਹਿਬ ਕਿਵੇਂ ਕਹਿਣਾ ਚਾਹੋਗੇ ਇਸ ਜਿਹੜਾ ਪ੍ਰਕਿਰਿਆ ਹੋ ਰਹੀ ਹੈ? ਗੁਰਬਾਣੀ 'ਚ ਲਿਖਿਆ ਮਰਨ ਲਿਖਾਏ ਮੰਡਲ ਮੇ ਆਏ। ਮੌਤ ਜਿਹੜੀ ਆ ਉਹ ਪਹਿਲੇ ਜਨਮ ਤੋਂ ਪਹਿਲਾਂ ਤੈਅ ਹੋ ਜਾਂਦੀ ਹੈ ਵੀ ਇਸ ਸ਼ਖਸ ਦੀ ਮੌਤ ਕਦੋਂ ਹੋਣੀ, ਕਿਵੇਂ ਹੋਣੀ ਔਰ ਕਿਸ ਤੇ ਮਾਧਿਅਮ ਕੀ ਬਣਨਾ ਜੀ। ਮਾਧਿਅਮ ਬਣਦਾ ਬਾਕੀ ਜਿਹੜਾ ਅਟਲ ਹੈ, ਜਿਹੜਾ ਵਕਤ ਆਉਣਾ ਉਹ ਤਾਂ ਵਕਤ ਆਉਣਾ ਹੀ ਹੈ ਜੀ। ਸੋ ਇਸ ਚੀਜ਼ ਦਾ ਬੜਾ ਅਫਸੋਸ ਹੈ। ਹੁਣ ਜੇ ਕਿਸੇ ਨੂੰ ਹਾਰਟ ਅਟੈਕ ਹੋਇਆ ਤੇ ਜੇ ਉਹ ਕੀ ਕਹਿੰਦੇ ਘਰ ਹੁੰਦਾ ਤੇ ਨਾ ਹੁੰਦਾ ਹਾਰਟ ਅਟੈਕ, ਮਤਲਬ ਜੇ ਹਾਰਟ ਅਟੈਕ ਹੋਣਾ ਤੇ ਹੋਣਾ ਜੀ। ਸੋ ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਵੇਖਣਾ। ਪਰ ਇਸ ਗੱਲ ਦਾ ਸਾਨੂੰ ਦੁੱਖ ਹੈ ਕਿ ਹਾਂ ਜਿਹੜੇ ਸਾਡੇ ਕਿਸਾਨ ਭਰਾ ਉਹ ਸੜਕਾਂ ਦੇ ਉੱਤੇ ਬੈਠੇ ਨੇ, ਠੰਡ ਦੇ ਵਿੱਚ ਬੈਠੇ ਨੇ, ਉਸ ਗੱਲ ਦਾ ਸਾਨੂੰ ਵੀ ਦੁੱਖ ਆਉਂਦਾ। ਪਰ ਗੱਲ ਇਹ ਹੈ ਨਾ, ਹੁਣ ਦੋਵੇਂ ਪਾਸਿਓਂ ਜੇ ਤਾਂ ਸਰਕਾਰ ਨਾ ਗੱਲ ਸੁਣਦੀ ਹੋਵੇ ਫਿਰ ਤਾਂ ਤੁਸੀਂ ਦੋਸ਼ ਲਾਓ ਕਿ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਜੀ, ਸਰਕਾਰ ਨੇ ਸਾਨੂੰ ਅਵਾਇਡ ਕੀਤਾ ਹੋਇਆ। ਸਰਕਾਰ ਤਾਂ ਲਗਾਤਾਰ ਮੀਟਿੰਗਾਂ ਕਰ ਰਹੀ ਹੈ, ਲਗਾਤਾਰ ਕਹਿ ਰਹੀ ਹੈ ਵੀ ਆਓ ਬੈਠੋ, ਟੇਬਲ ਟਾਕ ਕਰੋ ਤੇ ਉਹਦੇ ਵਿੱਚ ਉਹਦਾ ਹੱਲ ਕੱਢੀਏ। ਪਰ ਹੁਣ ਸਾਡੇ ਕੁਝ ਜਥੇਬੰਦੀਆਂ ਦੇ ਵੀ ਪਿੱਛੇ ਇੰਨਾ ਕੁ ਪ੍ਰੈਸ਼ਰ ਹੈ, ਉੱਪਰ ਕੁਝ ਲੋਕ ਹੈਗੇ ਨੇ ਜਿਹੜੇ ਉਹਨਾਂ ਨੂੰ ਇਹਦਾ ਹੱਲ ਕੱਢਣ ਨਹੀਂ ਦੇ ਰਹੇ ਜੀ। ਜਦੋਂ ਕਿ ਸਾਰੀਆਂ ਜਿਹੜੀਆਂ ਜਾਇਜ਼ ਮੰਗਾਂ ਸੀਗੀਆਂ ਸਰਕਾਰ ਨੇ ਉਹਦੇ ਉੱਤੇ ਗੱਲਬਾਤ ਕਰਕੇ ਉਹਦਾ ਹੱਲ ਕੱਢ ਦਿੱਤਾ ਹੋਇਆ ਆਲਰੇਡੀ। ਜਿਹੜੇ ਵੀ ਸਾਡੇ ਖਦਸ਼ੇ ਸੀਗੇ ਉਹ ਖਦਸ਼ੇ ਵੀ ਉਹਨਾਂ ਨੇ ਆਲਰੇਡੀ ਕਹਿ ਦਿੱਤਾ ਵੀ ਆਹ ਚੀਜ਼ਾਂ ਅਸੀਂ ਕਾਨੂੰਨ ਦੇ ਵਿੱਚੋਂ ਹਟਾ ਦਿਆਂਗੇ। ਪਰ ਪਿੱਛੇ ਇਹਦੇ ਇੱਕ ਬਹੁਤ ਵੱਡੀ ਤਾਕਤ ਲੱਗੀ ਹੋਈ ਹੈ ਜਿਹੜਾ ਕਿ ਦੇਸ਼ ਦਾ ਮਾਹੌਲ ਠੀਕ ਨਹੀਂ ਹੋਣ ਦੇਣਾ ਚਾਹੁੰਦੇ। ਇਸ ਕਾਰਨ ਕਿਸਾਨ ਜਥੇਬੰਦੀਆਂ ਦੀ ਵੀ ਮਜਬੂਰੀ ਬਣ ਗਈ ਹੈ। ਅੱਜ ਕਿਸਾਨ ਜਿਹੜੇ ਲੀਡਰ ਨੇ ਉਹ ਵੀ ਇੰਨੇ ਕੁ ਮਜਬੂਰ ਹੋ ਚੁੱਕੇ ਨੇ ਕਿ ਉਹਨਾਂ ਦੇ ਜੇ ਉਹ ਕਿਸੇ ਸਮਝੌਤੇ ਤੇ ਆਉਂਦੇ ਨੇ ਤਾਂ ਪਿੱਛੇ ਵਾਲੇ ਉਹਨਾਂ ਤੇ ਅਨਰਗਲ ਜਿਹੜੇ ਆ ਉਹ ਆਰੋਪ ਲਾਉਣੇ ਸ਼ੁਰੂ ਕਰ ਦਿੰਦੇ ਨੇ ਨਹੀਂ। ਔਰ ਮੈਂ ਅੱਜ ਪੜ੍ਹ ਰਿਹਾ ਸੀਗਾ ਇੱਕ ਕਿਸੇ ਦਾ ਟਵੀਟ, ਇੰਨੀ ਕੁ ਭੈੜੀ ਲੈਂਗੁਏਜ ਯੂਜ਼ ਕੀਤੀ ਉਸਨੇ ਇੱਕ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਵਾਸਤੇ ਹੀ। ਬਈ ਦੇਖਿਓ ਕਿਤੇ ਇੰਨੇ ਕਰੋੜ ਲੈ ਕੇ ਕਿਤੇ ਆਹ ਸਮਝੌਤਾ ਨਾ ਕਰਾਉਣ, ਇਹ ਨਾ ਕਰਾਉਣ, ਮਤਲਬ ਵਿਸ਼ਵਾਸ ਹੀ ਨਹੀਂ ਹੈਗਾ ਕਿ ਤੁਸੀਂ ਇੱਕ ਪਾਸੇ ਲੀਡਰਾਂ ਨੂੰ ਭੇਜ ਰਹੇ ਹੋ ਗੱਲਬਾਤ ਕਰਨ ਲਈ। ਹੁਣ ਜੇ ਗੱਲਬਾਤ ਕਰਕੇ ਕੋਈ ਉਹਦਾ ਹੱਲ ਨਿਕਲਦਾ ਹੈ, ਕੋਈ ਵਿਚਾਲੇ ਦਾ ਰਸਤਾ, ਹਮੇਸ਼ਾ ਕੀ ਹੁੰਦਾ ਕਿ ਕੋਈ ਵੀ ਝਗੜਾ ਵੱਧਦਾ ਹੈ ਉਹਦਾ ਇੱਕ ਵਿਚਾਲੇ ਦਾ ਰਸਤਾ ਕੱਢਣਾ ਪੈਂਦਾ ਜੀ। ਕਦੀ ਵੀ ਇਵੇਂ ਨਹੀਂ ਹੁੰਦਾ ਕਿ ਆਹ ਚੀਜ਼ ਕਰੋਗੇ ਤੇ ਫੈਸਲਾ ਹੋਣਾ ਹੈ। ਆਪਾਂ ਪਿੰਡਾਂ ਦੀਆਂ ਪੰਚਾਇਤਾਂ 'ਚ ਵੀ ਦੇਖਦੇ ਹਾਂ, ਹੋਰ ਕੋਰਟਾਂ 'ਚ ਵੀ ਦੇਖਦੇ ਹਾਂ, ਇੱਕ ਕੋਈ ਪੁਆਇੰਟ ਤੇ ਆ ਕੇ ਗੱਲ ਨੂੰ ਖਤਮ ਕਰਨਾ ਹੁੰਦਾ ਪਰ ਨਹੀਂ ਕਰਨ ਦੇਣਾ ਚਾਹੁੰਦੇ। ਇਹਦੇ ਵਿੱਚ ਬੜੀ ਗਹਿਰੀ ਸਾਜ਼ਿਸ਼ ਇੰਟਰਨੈਸ਼ਨਲ ਲੈਵਲ ਦੀ ਹੈ ਜੀ। ਔਰ ਇਹਦੇ 'ਚ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਜਿਹੜਾ
ਆਤਮ ਨਿਰਭਰ ਭਾਰਤ ਦਾ ਅਸੀਂ ਇੱਕ ਸੁਪਨਾ ਦੇਖਿਆ ਸੀਗਾ, ਇੱਥੇ ਇੰਡੀਆ ਦੇ ਵਿੱਚ ਮੇਡ ਇਨ ਇੰਡੀਆ ਕਰਨ ਦੀ ਗੱਲ ਕੀਤੀ ਸੀਗੀ। ਉਸ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਤਕਲੀਫ ਹੋਈ ਹੈ, ਚਾਈਨਾ ਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਆ, ਬਾਕੀ ਇਹੋ ਜਿਹੀਆਂ ਕੰਟਰੀਆਂ ਨੂੰ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਇੰਡੀਆ ਡਿਵੈਲਪ ਕਰ ਜੇ। ਇਸ ਲਈ ਇਹੋ ਜਿਹਾ ਅਨਿਸ਼ਚਿਤਤਾ ਦਾ ਮਾਹੌਲ ਇੱਕ ਬਣਾਉਣ ਦੀ ਭਾਰਤ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ। ਔਰ ਕਿਸਾਨ ਸਾਡੇ ਭੋਲੇ ਨੇ, ਉਹ ਭੋਲੇ ਇਨ ਦਾ ਸੈਂਸ ਕਿ ਪੜ੍ਹੇ ਲਿਖੇ ਨੇ, ਸਭ ਕੁਝ ਸਮਝਦਾਰ ਹੈ, ਪਰ ਪਤਾ ਨਹੀਂ ਕਿਉਂ ਉਹਨਾਂ ਦੀਆਂ ਉਂਗਲ ਤੇ ਲੱਗ ਕੇ ਇੰਨਾ ਜ਼ਿਆਦਾ ਅੜੀਅਲ ਰਵੱਈਆ ਅਸੀਂ ਅਪਣਾਇਆ ਹੋਇਆ। ਸਾਨੂੰ ਇੰਨਾ ਅੜੀਅਲ ਰਵੱਈਆ ਅਪਣਾਉਣ ਦੀ ਬਜਾਏ ਥੋੜਾ ਜਿਹਾ, ਜੇ ਸਰਕਾਰ ਇੰਨੀ ਫਲੈਕਸੀਬਲ ਹੈ ਤਾਂ ਆਪਣੇ ਨੂੰ ਵੀ ਫਲੈਕਸੀਬਲ ਹੋਣਾ ਪੈਣਾ। ਢਿੱਲੋਂ ਸਾਹਿਬ, ਜਿਵੇਂ ਕਿ ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਪਹਿਲੇ ਦਿਨ ਤੋਂ ਇਹ ਕਿਹਾ ਜਾਂਦਾ ਕਿਸਾਨ ਆਗੂਆਂ ਵੱਲੋਂ ਵੀ ਇਹੀ ਹੈ ਵੀ ਜਦੋਂ ਅਸੀਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਹੜਾ ਸਾਡਾ ਇੱਕ ਮੁੱਖ ਮੰਤਵ ਸੀ ਉਹ ਇਹ ਸੀ, ਅਸੀਂ ਇਹ ਤਿੰਨੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾਉਣਾ। ਸਾਡੀ ਉਹਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਮੰਗ ਦੇ ਵਿੱਚ, ਜਦੋਂ ਕਿ ਕੇਂਦਰ ਸਰਕਾਰ ਦੀਆਂ ਜਦੋਂ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਉਹ ਕਦੇ ਨਰਮ ਰਵੱਈਆ ਵਰਤਾਉਂਦਾ, ਕਦੇ MSP ਦੇ ਵਿਚਾਰ ਕਰਦਾ, ਕਦੇ ਕੁਝ। ਪਰ ਜੇ ਦੇਖਿਆ ਜਾਵੇ, ਜਿਹੜਾ ਤੁਸੀਂ ਅੜੀਅਲ ਰਵੱਈਏ ਦੀ ਗੱਲ ਕਰ ਰਹੀ ਹੈ, ਤਾਂ ਸੁਪਰੀਮ ਕੋਰਟ ਵੱਲੋਂ ਵੀ ਕੇਂਦਰ ਸਰਕਾਰ ਨੂੰ ਕਿਹਾ ਗਿਆ ਸੀ ਕਿ ਇੰਨੀ ਅੜੀ ਤੁਸੀਂ ਕਿਉਂ ਨਹੀਂ, ਕਿਉਂਕਿ ਕੇਂਦਰ ਸਰਕਾਰ ਦੇ ਜਿਹੜੇ ਕਾਨੂੰਨ ਆ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਆ, ਜਿਹੜਾ ਅਮਲ ਆ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਆ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਇੰਨੀ ਅੜੀ ਕਿਉਂ, ਤੇ ਕਿਸਾਨਾਂ ਦਾ ਕਹਿਣਾ ਕਿ ਸਾਡਾ ਤਾਂ ਸ਼ੁਰੂ ਤੋਂ ਇੱਕ ਹੀ ਜਿਹੜਾ ਮੰਤਵ ਰਿਹਾ ਹੈ ਕਿ ਇਹ ਜਿਹੜੇ ਕਾਨੂੰਨ ਆ ਅਸੀਂ ਉਹ ਰੱਦ ਕਰਾਉਣੇ ਆ। ਕੀ ਕਹਿਣਾ ਚਾਹੋਗੇ? ਕਿਸਾਨਾਂ ਨੂੰ ਕੀ ਸਮਝਾਇਆ ਗਿਆ ਇੱਥੇ ਜਦੋਂ ਅੰਦੋਲਨ ਸ਼ੁਰੂ ਹੋਇਆ, ਉਦੋਂ ਉਹਨਾਂ ਨੂੰ ਕੀ ਡਰ ਦਿਖਾਇਆ ਗਿਆ? ਉਹਨਾਂ ਨੂੰ ਇਹ ਖੱਬੇ ਪੱਖੀਆਂ ਜਿਹੜੀਆਂ ਪਾਰਟੀਆਂ ਨੇ ਨਾ, ਸੋ ਕਾਲਡ ਕਮਿਊਨਿਸਟ ਪਾਰਟੀਆਂ, ਇਹ ਤਾਂ ਕਦੀ ਵੀ ਕਿਸੇ ਦੇਸ਼ ਨੂੰ ਡਿਵੈਲਪ ਹੋਣ ਹੀ ਨਹੀਂ ਦੇਣਾ ਚਾਹੁੰਦੀ ਹੁੰਦੀ। ਇਹਨਾਂ ਨੇ ਆਪਣਾ ਲਾਲ ਝੰਡਾ ਖੜਾ ਹੀ ਰੱਖਣਾ ਹੁੰਦਾ। ਇੱਕ ਕਾਨੂੰਨ ਬਣ ਕੇ ਆਇਆ, ਕਾਨੂੰਨ ਦੇ ਵਿੱਚ ਸਿੱਧਾ ਸੀਗਾ ਕਿ ਤੁਸੀਂ ਕੰਟਰੈਕਟ ਫਾਰਮਿੰਗ ਜੇ ਕਰਦੇ ਹੋ ਤਾਂ ਤੁਹਾਨੂੰ ਉਹਦੇ ਲਈ ਸਿਕਿਉਰ ਇੱਕ ਸੇਫਟੀ ਦਾ ਇੱਕ ਕਾਨੂੰਨ ਬਣਾ ਦਿੱਤਾ ਗਿਆ ਕਿ ਤੁਹਾਡੇ ਨਾਲ ਕੋਈ ਧੱਕਾ ਨਾ ਕਰੇ। ਜੇ ਕੋਈ ਕਰੇ ਤਾਂ ਉਹਨੂੰ ਜਿਹੜਾ ਵਿਦਿਨ 3 ਡੇਜ਼ ਉਹਦਾ ਹੱਲ ਕੱਢੇ SDM। ਇਹਨਾਂ ਨੇ ਕਿਹਾ ਜੀ SDM ਤੱਕ ਜਿਹੜੇ ਆ ਉਹ ਨਹੀਂ ਬਣਦੀ ਗੱਲ, ਉਹਨਾਂ ਨੇ ਉਹਨੂੰ DC ਤੱਕ ਦਾ ਕਰਤਾ। ਉਸ ਤੋਂ ਬਾਅਦ ਅਦਾਲਤ ਜਾਣਾ, ਅਦਾਲਤ ਦੀ ਵੀ ਖੁੱਲ੍ਹ ਦੇ ਦਿੱਤੀ, ਸਾਰਾ ਕੁਝ ਕਰਤਾ। ਪਰ ਗੱਲ ਇੱਥੇ ਹੈ ਜਿਹੜੀ ਤੁਸੀਂ ਗੱਲ ਕਹੀ ਕਿ ਸ਼ੁਰੂ ਤੋਂ ਇੱਕ ਮੰਗ ਤੇ ਅੜੇ ਸੀਗੇ ਕਿ ਤਿੰਨੇ ਕਾਨੂੰਨ ਵਾਪਸ ਕਰਨੇ। ਇਹ ਤਿੰਨੇ ਕਾਨੂੰਨ ਵਾਪਸ ਕਰਨ ਦੀ ਮੰਗ ਸ਼ੁਰੂ ਤੋਂ ਨਹੀਂ ਸੀ ਜੀ। ਇਹ ਹੌਲੀ ਵੱਧਦਾ ਜਦੋਂ ਤੁਸੀਂ ਇੱਕ ਚੀਜ਼ ਵੇਖੀ ਹੋਣੀ ਹੈ, ਬੜੀ ਰੋਚਕ ਤੇ ਧਿਆਨ ਦੇਣ ਵਾਲੀ ਹੈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਪੰਜਾਬ ਦੇ ਵਿੱਚ, ਪੰਜਾਬ ਦੇ ਵੱਖਰੇ ਪਿੰਡਾਂ ਦੇ ਵਿੱਚੋਂ ਇਕੱਠੇ ਹੋਣੇ ਸ਼ੁਰੂ ਹੁੰਦੇ ਨੇ ਲੋਕ, ਕਿਸਾਨੀ ਦੇ ਝੰਡੇ, ਕਿਸਾਨ ਯੂਨੀਅਨ ਦੇ ਝੰਡੇ ਹੁੰਦੇ ਨੇ ਜੀ। ਜਦੋਂ ਕੋਈ ਦੂਜੀ ਪਾਰਟੀ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਕੋਈ ਹੈ, ਉਹਨਾਂ ਨੇ ਸਾਫ਼ ਮਨਾ ਕਰਤਾ ਵੀ ਕੋਈ ਸਾਡੇ ਵਿੱਚ ਆ ਕੇ ਨਾ ਬੈਠੇ, ਜੇ ਬੈਠਣਾ ਤਾਂ ਕਿਸਾਨੀ ਦੇ ਝੰਡੇ ਥੱਲੇ ਬੈਠੇ। ਜਦੋਂ ਅੰਦੋਲਨ ਮੱਗ ਗਿਆ ਪੂਰਾ, ਦਿੱਲੀ ਕੂਚ ਹੋ ਗਈ, ਦਿੱਲੀ ਜਾ ਕੇ ਸਟੇਜਾਂ ਲੱਗ ਗਈਆਂ, ਸਾਰਾ ਕੁਝ ਸੈਟਲ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਕਿਹੜੇ ਵੇਲੇ ਜੇਬਾਂ ਦੇ ਵਿੱਚੋਂ ਲਾਲ ਝੰਡੇ ਕੱਢ ਲਏ CPI CPM ਦੇ। ਕੀ ਉਹ ਪੋਲੀਟੀਕਲ ਪਾਰਟੀ ਨਹੀਂ? ਇਹ ਇੱਕ ਬੜੀ ਸੋਚੀ ਸਮਝੀ ਗਹਿਰੀ ਸਾਜ਼ਿਸ਼ ਸੀਗੀ, ਜਿਹਦੇ ਚ ਵਰਗਲਾ ਕੇ ਲੋਕਾਂ ਨੂੰ ਪਹਿਲਾਂ ਤਾਂ ਕਿਹਾ ਕਿ ਤੁਸੀਂ ਪੋਲੀਟੀਕਲ ਨਹੀਂ ਜੀ, ਇਹ ਤਾਂ ਕਿਸਾਨੀ ਦਾ ਨਿਰੋਲ ਕਿਸਾਨੀ। ਜਦੋਂ ਅੰਦੋਲਨ ਭਖ ਜਾਂਦਾ, ਉਸ ਤੋਂ ਬਾਅਦ ਲਾਲ ਝੰਡਾ ਚੱਕ ਕੇ ਸਟੇਜ ਦੇ ਉੱਤੇ ਆ ਜਾਂਦੇ ਨੇ। ਨਹੀਂ ਪਰ ਢਿੱਲੋਂ ਸਾਹਿਬ, ਔਰ ਮੈਨੂੰ ਇਸ ਗੱਲ ਦਾ ਨਹੀਂ ਇਤਰਾਜ਼ ਵੀ ਲਾਲ ਝੰਡਾ ਚੱਕ ਕੇ ਕਿਉਂ ਆਏ, ਇਤਰਾਜ਼ ਇਸ ਗੱਲ ਦਾ ਹੈ ਕਿ ਤੁਸੀਂ ਸਾਡੇ ਕਿਸਾਨਾਂ ਨੂੰ ਵਰਗਲਾ ਕੇ, ਹੁਣ ਜੇ ਤੁਸੀਂ ਲੈ ਵੀ ਗਏ ਹੋ, ਤੁਸੀਂ ਘਰਾਓ ਕਰ ਲਿਆ, ਸਰਕਾਰ ਅੱਗੋਂ ਤੁਹਾਡੇ ਨਾਲ ਅੜੀ ਨਹੀਂ, ਤੁਹਾਡੇ ਨਾਲ ਕੋਈ ਉਹਨਾਂ ਨੇ ਕੋਈ ਦੁਰਵਿਵਹਾਰ ਨਹੀਂ ਕੀਤਾ। ਉਹਨਾਂ ਨੇ ਕਿਹਾ ਵੀ ਆਓ ਜੇ ਆ ਗਏ ਹੋ ਤਾਂ ਮੋਸਟ ਵੈਲਕਮ। ਅਮਿਤ ਸ਼ਾਹ ਨੇ ਵੀ ਕਿਹਾ, ਮੀਟਿੰਗ ਕੀਤੀ, ਸਾਡੇ ਕੇਂਦਰੀ ਮੰਤਰੀ ਜਿਹੜੇ ਦੂਜੇ ਦੋ ਨੇ, ਖੇਤੀਬਾੜੀ ਦੇ ਔਰ ਪਿਊਸ਼ ਗੋਇਲ, ਇਹਨਾਂ ਨੇ ਬੈਠ ਕੇ ਮੀਟਿੰਗਾਂ ਵਾਰ-ਵਾਰ ਕੀਤੀਆਂ ਨੇ। ਕਿਸਾਨ ਨੇ ਕੋਈ, ਕਿਸਾਨਾਂ ਨੂੰ ਵੀ ਤਾਂ ਹੁਣ ਥੋੜਾ ਜਿਹਾ ਚਾਹੀਦਾ ਨਾ ਕਿ ਜੇ ਸਰਕਾਰ ਨਰਮ ਹੈ, ਕੋਈ ਸਰਕਾਰ ਉਹੋ ਜਿਹਾ ਸਖਤ ਰਵੱਈਆ ਨਹੀਂ ਬਣਾ ਰਹੀ, ਤੇ ਸਾਨੂੰ ਵੀ ਕੁਛ ਨਾ ਕੁਛ ਉਹਦੇ ਚ ਅੱਗੇ ਵਧਣਾ ਪਏਗਾ, ਤਾਂ ਹੀ ਮਸਲੇ ਦਾ ਹੱਲ ਨਿਕਲਣਾ। ਸੋ ਇਸ ਕਰਕੇ ਉਮੀਦ ਕਰਨੀ ਚਾਹੀਦੀ ਹੈ। ਪਰ ਢਿੱਲੋਂ ਸਾਹਿਬ, ਜਿਹੜਾ ਤੁਸੀਂ ਲਾਲ ਝੰਡੇ ਦੀ ਗੱਲ ਕੀਤੀ ਆ, ਅਸੀਂ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਸੀ, ਏਟਕ ਪਾਰਟੀ ਦੇ ਉਹ ਜਨਰਲ ਸਕੱਤਰ ਆ ਭਾਰਤ ਦੇ। ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਸਮਰਥਨ ਦੇਣ ਆ ਰਹੇ ਹਾਂ, ਜਿਹੜਾ ਅੰਦੋਲਨ ਹੈ ਇਹਨੂੰ ਅਸੀਂ ਸਮਰਥਨ ਦੇਣ ਆ ਰਹੇ ਹਾਂ। ਉਹ ਆਪਣੇ ਝੰਡੇ ਲੈ ਕੇ ਆਪਣੀ ਪਾਰਟੀ ਦਾ ਇੱਕ ਜਿਹੜਾ ਉਹ ਆ ਪ੍ਰਤੀਕ ਦੇ ਵਜੋਂ ਅਸੀਂ ਸਮਰਥਨ ਦੇਣ ਆ ਰਹੇ ਹਾਂ। ਵਕੀਲਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ, ਵੱਖ-ਵੱਖ ਵਰਗਾਂ ਵੱਲੋਂ ਵੀ। ਕਿਉਂਕਿ ਜਿਹੜਾ ਤੁਸੀਂ ਲਾਲ ਝੰਡੇ ਦੀ ਗੱਲ ਕੀਤੀ, ਮੈਂ ਉਹਦਾ ਜਵਾਬ ਦੇ ਰਿਹਾ ਕਿ ਉਹ ਸਮਰਥਨ ਦੇ ਰੂਪ ਦੇ ਵਿੱਚ ਜਿਹੜਾ ਝੰਡਾ, ਕਿਉਂਕਿ ਇਹ ਇਕੱਲਾ ਲਾਲ ਝੰਡਾ ਨਹੀਂ, ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਵੱਖ-ਵੱਖ ਤਰ੍ਹਾਂ ਦੇ ਸਾਨੂੰ, ਉਹ ਚਾਹੇ ਹਰਾ ਹੋਵੇ, ਚਿੱਟਾ ਹੋਵੇ ਜਾਂ ਕੇਸਰੀ, ਸਾਨੂੰ ਝੰਡੇ ਆ ਉਹ ਵਿਖਾਈ ਦੇ ਰਹੇ ਨੇ। ਪਰ ਜਿਹੜੇ ਕਿਸਾਨ ਆਗੂ, ਉਹਨਾਂ ਦਾ ਸਪਸ਼ਟ ਮੁੱਦਾ ਹੈ ਕਿ ਜਿਹੜਾ ਇਹ ਅੰਦੋਲਨ ਹੈ ਸਿਰਫ ਕਿਸਾਨੀ ਨੂੰ ਸਮਰਪਿਤ ਹੈ, ਹੋਰ ਇਹਦਾ ਕਿਸੇ ਧਰਮ ਦੇ ਨਾਲ ਜਾਂ ਰਾਜਨੀਤਿਕ ਹੈ। ਕਿਉਂਕਿ ਵੱਡੀ ਗੱਲ ਇਹ ਵੀ ਹੈ ਢਿੱਲੋਂ ਸਾਹਿਬ, ਕਿਉਂਕਿ ਢਿੱਲੋਂ ਸਾਹਿਬ ਵੱਡੀ ਗੱਲ ਇਹ ਵੀ ਹੈ ਕਿ ਸਟੇਜ ਸਾਂਝਾ ਨਹੀਂ ਕੀਤਾ ਗਿਆ ਰਾਜਨੀਤਿਕ ਕਿਸੇ ਵੀ ਪਾਰਟੀ ਦੇ ਨਾਲ। ਮੈਂ ਉਹੀ ਤੇ ਕਹਿ ਰਿਹਾ, ਵੱਡੀ ਜਿਹੜੀ ਨੁਕਤੇ ਵਾਲੀ ਗੱਲ ਤਾਂ ਇਹੀ ਹੈ ਕਿ ਜਦੋਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਸਟੇਜ ਸਾਂਝੀ ਨਹੀਂ ਕਰਨ ਦਿੱਤੀ, ਕਿ ਸਿਰਫ ਉੱਥੇ ਕਮਿਊਨਿਸਟ ਹੀ ਚੜ੍ਹਨਗੇ ਸਟੇਜ ਦੇ ਉੱਤੇ।
ਤਾਂ ਇੱਕੋ ਵਿਚਾਰ ਚੜੇਗਾ ਸਟੇਜ ਦੇ ਉੱਤੇ। ਇਹ ਹੈ ਕਹਾਣੀ ਵਿਚਲੀ। ਉੱਥੇ ਸਿਰਫ ਕਾਮਰੇਡ ਸਟੇਜ ਦੇ ਉੱਪਰ ਚੜ ਕੇ ਭਾਸ਼ਣ ਦਿੰਦੇ ਨੇ। ਔਰ ਜਿਹੜੇ ਤੁਸੀਂ ਕਹਿੰਦੇ ਹੋ ਵਕੀਲ, ਜਿਹੜੇ ਤੁਸੀਂ ਕਹਿੰਦੇ ਹੋ ਕੋਈ ਡਾਕਟਰ ਜਾਂ ਕੋਈ ਉਹਦੇ, ਇਹ ਜਿਹੜੇ ਇਹਨਾਂ ਦਾ ਕੈਡਰ ਹੈਗਾ ਉਹ ਹਰ ਵਰਗ ਦੇ ਵਿੱਚ ਹੁੰਦਾ ਹੈ। ਡਾਕਟਰਾਂ ਦੇ ਵਿੱਚ, ਵਕੀਲਾਂ ਦੇ ਵਿੱਚ ਵੀ ਜਿਹੜੀਆਂ ਯੂਨੀਅਨਾਂ ਨੇ ਉਹਦੇ ਵਿੱਚ ਵੀ ਇਹ ਹੁੰਦੇ ਨੇ। ਹੋਣੇ ਚਾਹੀਦੇ, ਚੰਗੀ ਗੱਲ ਹੈ, ਹਰ ਪਾਰਟੀ ਦਾ ਹੁੰਦਾ। ਪਰ ਆਹ ਕੀ ਗੱਲ ਬਣੀ ਕਿ ਤੁਸੀਂ ਕਿਸੇ ਹੋਰ ਪੋਲੀਟੀਕਲ ਪਾਰਟੀ ਨੂੰ ਤਾਂ ਨੇੜੇ ਨਹੀਂ ਲੱਗਣ ਦਿੱਤਾ। ਉੱਥੇ ਕਹਤਾ ਤੁਸੀਂ ਨਿਰੋਲ ਕਿਸਾਨੀ ਅੰਦੋਲਨ ਹੈ, ਤੁਹਾਡਾ ਸਾਰੇ ਦਾ ਸਾਰਾ ਕਮਿਊਨਿਸਟਾਂ ਦਾ ਪੈਨਲ ਉੱਪਰ ਚੜਿਆ ਹੋਇਆ। ਉੱਥੇ ਚੜ ਕੇ ਮੰਗ ਕਰਦੇ ਹੋ ਵਰਵਰਾ ਰਾਓ ਵਰਗੇ ਨੂੰ ਤੁਸੀਂ ਰਿਹਾ ਕਰੋ। ਹੂ ਇਜ਼ ਵਰਵਰਾ ਰਾਓ? ਉਹ ਦੰਗੇ ਕਰਾਉਣ ਵਾਲਾ ਕੋਰੇਗਾਂਵ ਦੇ ਵਿੱਚ ਉਹਦਾ ਆਰੋਪੀ ਹੈ, ਉਹ ਜੇਲ੍ਹ ਦੇ ਵਿੱਚ ਬੰਦ ਹੈ। ਉਹਦਾ ਕਿਸਾਨੀ ਅੰਦੋਲਨ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ। ਪੋਇਟ ਦਾ ਕੀ ਮਤਲਬ ਹੈ ਇਹਨਾਂ ਗੱਲਾਂ ਦਾ? ਸਰਜੁਲ ਇਮਾਮ ਨੂੰ ਛੱਡੋ, ਸਰਜੁਲ ਇਮਾਮ ਨੂੰ ਕੌਣ ਹੈ, ਉਹਦਾ ਕਿਸਾਨੀ ਨਾਲ ਕੀ ਲੈਣਾ ਦੇਣਾ? ਇਹੋ ਜਿਹੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਹਾਈਜੈਕ ਕਰਕੇ ਆਪਣਾ ਏਜੰਡਾ ਚਲਾਉਣ ਦੀ ਜਿਹੜੀ ਕਮਿਊਨਿਸਟਾਂ ਨੇ ਕੋਸ਼ਿਸ਼ ਕੀਤੀ ਹੈ, ਦੇਸ਼ ਨੂੰ ਪਿਛਾਂਹ ਖਿੱਚਣ ਵਾਸਤੇ, ਦੇਸ਼ ਦਾ ਮੈਂ ਤਾਂ ਕਹਿੰਦਾ ਇਹ ਬੇੜਾ ਗਰਕ ਕਰਨ ਵਾਲੇ ਪਾਸੇ ਪਹਿਲਾਂ ਵੀ ਤੁਰਦੇ ਹੁੰਦੇ ਨੇ, ਹੁਣ ਫਿਰ ਤੁਰ ਪਏ ਨੇ। ਪਹਿਲਾਂ ਵੀ ਇਹਨਾਂ ਨੇ ਨਾਰਾ ਦਿੱਤਾ ਸੀ, ਇੱਕ ਵਾਰੀ ਯਾਦ ਹੋਣਾ, ਕਿ ਬਿਰਲਾ ਮਾਰੋ, ਟਾਟਾ ਮਾਰੋ, ਬਿਰਲਾ ਟਾਟਾ ਨੂੰ ਭਜਾਓ। ਅੱਜ ਆ ਗਏ ਨੇ, ਅੰਬਾਨੀ ਆ ਗਿਆ, ਅਦਾਨੀ ਆ ਗਿਆ। ਉਹ ਵੀ ਇਸ ਦੇਸ਼ ਦੇ ਬਿਜ਼ਨਸਮੈਨ ਨੇ, ਕੰਟਰੀ ਦੇ ਵਿੱਚ ਵੱਡਾ ਯੋਗਦਾਨ ਹੈ ਉਹਨਾਂ ਦਾ ਵੀ। ਤੁਸੀਂ ਇਹ ਕੀ ਚਾਹੁੰਦੇ ਹੋ ਵੀ ਅੱਜ ਇੰਡੀਆ ਦੇ ਜਿਹੜੇ ਬਿਜ਼ਨਸਮੈਨ ਹੈ, ਇੰਡਸਟਰੀਲਿਸਟ ਹੈ, ਉਹ ਉਹਨਾਂ ਨੂੰ ਭਜਾ ਦਿਓ ਤੇ ਕੀ ਚਾਈਨਾ ਵਾਲੇ ਆ ਕੇ ਲੱਗ ਜਾਣ? ਅਸੀਂ ਚਾਈਨਾ ਦੇ ਖਿਲਾਫ ਇੱਕ ਜੰਗ ਸ਼ੁਰੂ ਕੀਤੀ ਜੀ। ਚਾਈਨਾ ਨੇ ਸਾਡੇ ਨਾਲ ਧੋਖਾ ਕੀਤਾ। ਸਾਨੂੰ ਜਿਹੜਾ ਇੱਕ ਤਾਂ ਪ੍ਰੋਡਕਟ ਮਾੜੇ ਦਿੰਦਾ ਸੀਗਾ, ਉੱਤੋਂ ਆ ਕਰੋਨਾ ਵਰਗੀ ਮਹਾਮਾਰੀ ਉਹਨੇ ਪੂਰੇ ਦੇਸ਼ ਦੇ ਵਿਸ਼ਵ ਦੇ ਵਿੱਚ ਫੈਲਾਤੀ। ਅੱਜ ਹਰ ਕੰਟਰੀ ਨੇ ਜਦੋਂ ਉਹਦਾ ਬਾਈਕਾਟ ਕਰਨਾ ਸ਼ੁਰੂ ਕੀਤਾ, ਇੰਡੀਆ ਇੱਕ ਵੱਡੀ ਓਪਰਚੁਨਿਟੀ ਹੈ ਕਿ ਇੰਡੀਆ ਦੇ ਵਿੱਚ ਤੁਸੀਂ ਉਹ ਚੀਜ਼ ਜਿਹੜੀ ਆ ਉਹ ਸਮਾਨ ਉਹ ਬਣ ਸਕਦਾ ਹੈ ਔਰ ਉਹ ਘੱਟ ਕੀਮਤ ਦੇ ਉੱਤੇ ਬਣ ਸਕਦਾ। ਅਸੀਂ ਉਸ ਪਾਸੇ ਵਧੇ ਹਾਂ। ਇਹਨਾਂ ਨੇ ਚਾਈਨਾ ਦੇ ਇਸ਼ਾਰੇ ਤੇ ਲਾ ਕੇ ਕਮਿਊਨਿਸਟਾਂ ਨੇ ਆਹ ਕੰਮ ਸ਼ੁਰੂ ਕਰ ਦਿੱਤਾ। ਨਹੀਂ, ਜਿਹੜਾ ਅਬਾਨੀ ਅਡਾਨੀ ਦੀ ਗੱਲ ਢਿੱਲੋਂ ਸਾਹਿਬ ਆ, ਉਹ ਤਾਂ ਅੱਜ ਜਿਹੜਾ ਬਿਆਨ ਆਇਆ ਨਵਜੋਤ ਸਿੰਘ ਸਿੱਧੂ ਦਾ ਵੀ ਕਹਿਣਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਮੋਦੀ ਸਰਕਾਰ ਦੋ ਘਰਾਣਿਆਂ ਦੇ ਹੱਥ ਵਿੱਚ ਦੇ ਰਹੀ ਆ ਸਾਰਾ ਕੁਝ। ਉਹਨਾਂ ਨੇ ਇਹ ਵੀ ਕਿਹਾ, ਅੰਬਾਨੀ ਅਡਾਨੀ ਦਾ ਨਾਂ ਲੈ ਕੇ ਵੀ ਕਿਹਾ ਕਿ ਦੇਸ਼ ਦੀ ਆਰਥਿਕ ਜਿਹੜੀ ਵਿਵਸਥਾ ਨੂੰ ਢਾਲ ਆ ਰਹੀ ਆ, ਅੰਬਾਨੀ ਅਡਾਨੀਆਂ ਦੇ ਹੱਥ ਵਿੱਚ ਵਾਗਡੋਰ ਫੜਾ ਰਹੀ। ਕਿੱਥੋਂ ਇਹ ਗੱਲ ਆਈ ਕਿ ਅੰਬਾਨੀ ਨੇ ਆਣ ਕੇ ਜੀ ਪੰਜਾਬ ਦੇ ਵਿੱਚ ਖੇਤੀਬਾੜੀ ਕਰਨੀ ਆ ਜਾਂ ਅਡਾਨੀ ਨੇ ਆਣ ਕੇ ਖੇਤੀਬਾੜੀ ਕਰਨੀ ਆ? ਇਹ ਲੋਕਾਂ ਨੂੰ ਇਹ ਦਿਮਾਗ ਦੇ ਵਿੱਚ ਪਾਇਆ ਗਿਆ ਜ਼ਬਰਦਸਤੀ। ਦੋ ਗੱਲਾਂ ਬਹੁਤ ਬਖੂਬੀ ਪਾਈਆਂ ਗਈਆਂ। ਇੱਕ ਤੇ ਤਿੰਨੇ ਕਾਲੇ ਕਾਨੂੰਨ ਵਾਪਸ ਲਓ, ਕਾਲੇ ਕਾਨੂੰਨ। ਉਹ ਜਦੋਂ ਦਿਮਾਗ ਦੇ ਸੈਟਬੈਕ ਬੈਠ ਗਿਆ ਵੀ ਇਹ ਕਾਲਾ ਹੀ ਆ, ਪਤਾ ਨਹੀਂ ਇਹਨੂੰ ਵਾਪਸ ਕਰਾਉਣਾ, ਜਿਵੇਂ ਉਹ ਗੋ ਬੈਕ ਸਾਈਮਨ ਕਮਿਸ਼ਨ ਹੋਇਆ ਸੀਗਾ ਜਾਂ ਰਾਇਲ ਟੈਕਟ ਦੇ ਖਿਲਾਫ ਹੋਇਆ ਸੀਗਾ, ਇਸ ਤਰੀਕੇ ਨਾਲ ਉਸ ਚੀਜ਼ ਨੂੰ ਜਦੋਂ ਪ੍ਰਭਾਵ ਦੇ ਦਿੱਤਾ ਜਾਂਦਾ। ਦੂਜੀ ਗੱਲ, ਅਡਾਨੀ ਅੰਬਾਨੀ ਜਿਹੜੇ ਆ ਉਹ ਸਾਰਾ ਕੁਝ ਖਾ ਜਾਣਗੇ, ਤੁਹਾਡੀਆਂ ਜ਼ਮੀਨਾਂ ਨੱਪ ਲੈਣਗੇ, ਤੁਹਾਡਾ ਇਹ ਕਰ ਦੇਣਗੇ, ਉਹ ਕਰ ਦੇਣਗੇ। ਉਹ ਭਲਿਓ ਲੋਕੋ, ਜ਼ਮੀਨਾਂ ਕੋਈ ਤੁਹਾਡੀ ਨੱਪ ਨਹੀਂ ਸਕਦਾ। ਤੁਸੀਂ ਅੱਜ ਕਿੰਨੇ 30 ਸਾਲ ਤੋਂ ਤਾਂ ਮੇਰੀ ਜ਼ਮੀਨ ਠੇਕੇ ਤੇ ਹੈ, ਅੱਜ ਤੱਕ ਤਾਂ ਕਿਸੇ ਦੀ ਜ਼ਰੂਰਤ ਨਹੀਂ ਵੀ ਉਹਨੂੰ ਨੱਪ ਲਵੇ, ਜਾਂ ਬਾਕੀ ਵੀ ਆਪਣੇ ਕੰਮ ਜਿਹੜੇ ਚੱਲਦੇ ਨੇ। ਅੱਛਾ, ਦੂਜੀ ਗੱਲ, ਕੰਟਰੈਕਟ ਫਾਰਮਿੰਗ ਕੋਈ ਨਵੀਂ ਚੀਜ਼ ਹੈ? ਕੰਟਰੈਕਟ ਫਾਰਮਿੰਗ ਪਹਿਲਾਂ ਵੀ ਹੋ ਰਹੀ ਹੈ। ਪਹਿਲਾਂ ਵੀ ਪੰਜਾਬ ਦੇ ਵਿੱਚ ਪੈਪਸੀ ਵਾਲਿਆਂ ਨੇ ਮਿਲਾਈ ਸੀਗੀ। ਇੱਕ ਮੋਗੇ ਦੇ ਲਾਗੇ ਆ ਕੋਟ ਈਸਾ ਖਾਂ ਦੇ ਨੇੜੇ ਤੇੜੇ ਦੀ ਜਗ੍ਹਾ, ਮੈਨੂੰ ਐਗਜ਼ੈਕਟ ਪਿੰਡ ਦਾ ਨਾਮ ਭੁੱਲ ਗਿਆ, ਉੱਥੇ ਮੈਂਥਾ ਦੀ ਖੇਤੀ ਕਰਾਈ ਜਾਂਦੀ ਹੈ, ਮੈਂਥੋਲ ਬਣਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਪਹਿਲਾਂ ਵੀ ਚੱਲਦੀਆਂ ਨੇ। ਸਿਰਫ ਇੱਕ ਸਿਕਿਉਰਿਟੀ ਦੇਣ ਵਾਸਤੇ ਕੋਈ ਕਾਨੂੰਨ ਦਿੱਤੇ। ਔਰ ਦੂਜੀ ਗੱਲ, ਇਹਦੇ ਵਿੱਚ ਕਿਸਾਨੀ ਹੱਕ ਦੀ ਗੱਲ ਤਾਂ ਜਿੰਨੀ ਕੁ ਹੈ ਉਨੀ ਕੁ ਹੈ। ਆਪਾਂ ਉਸ ਗੱਲ ਤੋਂ ਇਨਕਾਰ ਨਹੀਂ ਕਰਦੇ। ਕਿਸਾਨ ਨਾਲ ਸਾਡਾ ਸਮਰਥਨ ਹੈ, ਸਾਡਾ ਪਿਆਰ ਹੈ, ਸਾਡਾ ਸਭ ਕੁਝ। ਅਸੀਂ ਆਪ ਕਿਸਾਨ ਦੇ ਬੱਚੇ ਹਾਂ, ਸਾਡਾ ਪੂਰਾ ਹਮਦਰਦੀ ਹੈ ਇਸ ਚੀਜ਼ ਦੇ ਨਾਲ। ਪਰ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਚੱਲ ਰਹੀ ਹੈ, ਕੁਛ ਜਿਹੜੇ ਅਮਰੀਕਾ ਤੋਂ ਬੈਠੇ ਚਲਾ ਰਹੇ ਨੇ, ਜਾਂ ਕੋਈ ਚਾਈਨਾ ਤੋਂ ਬੈਠੇ ਚਲਾ ਰਹੇ ਨੇ, ਜਾਂ ਇਹ ਇੱਕ ਵਿਚਾਰਧਾਰਾ ਜਿਹੜੀ ਇਹਨਾਂ ਦੀ ਹੈਗੀ ਹੈ ਕਿ ਤੁਸੀਂ ਇੰਡਸਟਰੀ ਨੂੰ ਖਤਮ ਕਰਨਾ, ਇਹਦੇ ਪਾਸੇ ਤੁਰਨਾ, ਇਹ ਬੜੀ ਖਤਰਨਾਕ ਹੈ। ਇਹਦੇ ਤੋਂ ਬਚਣਾ ਚਾਹੀਦਾ। ਢਿੱਲੋਂ ਸਾਹਿਬ, ਪਰ ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਗੱਲ ਕਰ ਰਹੀ ਹੈ ਮੰਡੀ ਨਹੀਂ ਟੁੱਟੇਗੀ। ਉਹਨਾਂ ਦਾ ਕਹਿਣਾ ਕਿ ਜਿਹੜੀ ਮੰਡੀ ਹੈ ਉਹ ਤਾਂ ਚੱਲ ਨਹੀਂ ਟੁੱਟੇਗੀ, ਪਰ ਜਿਹੜੀ ਮੰਡੀ ਨੂੰ ਚਲਾ ਕੌਣ ਰਿਹਾ? ਮੰਡੀ ਨੂੰ ਚਲਾ ਰਹੀ ਹੈ FCI, ਕਾਰਪੋਰੇਟ ਆਫ ਫੂਡ ਕਾਰਪੋਰੇਟ ਆਫ ਇੰਡੀਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ, ਜਦੋਂ ਪਹਿਲਾਂ ਇਹਦੇ ਉੱਤੇ ਜਿਹੜਾ ਕਰਜ਼ਾ ਸੀ ਉਹ 9,14,000 ਕਰੋੜ ਸੀ, ਪਰ ਹੁਣ ਜਿਹੜਾ ਕਰਜ਼ਾ ਆ ਗਿਆ ਉਹ 4 ਲੱਖ ਕਰੋੜ ਤੋਂ ਵੀ ਵੱਧ ਆ ਗਿਆ। ਕੀ ਕਹਿਣਾ ਚਾਹੋਗੇ? ਕਿ ਉਹਨਾਂ ਦਾ ਕਹਿਣਾ ਕਿ FIC ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੇ ਉਹੀ ਨਹੀਂ ਰਹੂਗੀ, ਜੇ ਉਹੀ ਕਮਜ਼ੋਰ ਹੋਊਗੀ ਤਾਂ ਮੰਡੀ ਤਾਂ ਆਪਣੇ ਆਪ ਖਤਮ ਹੋ ਜੂਗੀ। ਮੈਂ ਇੱਥੇ ਇੱਕੋ ਗੱਲ ਕਹਿਣੀ ਚਾਹੁੰਦਾ। ਦੇਖੋ, ਇਹ ਸਾਡੇ ਦੇਸ਼ ਦੇ ਵਿੱਚ ਨਾ ਇੱਕ ਪਹਿਲਾਂ ਵੀ ਜਿਹੜੇ 1-2 ਅੰਦੋਲਨ ਹੋਏ ਆ ਜਾਂ 1-2 ਜਿਹੜੇ ਹੋਏ ਨੇ, ਉਹ ਸਾਰੀਆਂ ਸਪੈਕੂਲੇਸ਼ਨਸ ਦੇ ਉੱਤੇ ਹੋਏ ਨੇ ਜੀ, ਖਦਸ਼ੇ ਕਿ ਆ ਨਹੀਂ ਆ ਹੋ ਜਾਏਗਾ, ਆ ਨਹੀਂ ਆ ਹੋ ਜਾਏਗਾ। ਇੱਕ ਬੰਦਾ ਘਰੇ ਬੈਠ ਕੇ ਕੁਝ ਸੋਚ ਲੈਂਦਾ ਵੀ ਇਹ ਤਾਂ ਇਦਾਂ ਹੋ ਜਾਏਗਾ, ਔਰ ਉਹਨੂੰ ਮੁੜ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ, ਉਹ ਲੋਕਾਂ ਦੇ ਦਿਮਾਗ ਦੇ ਵਿੱਚ ਬਿਠਾ ਦਿੰਦਾ। ਯਾਦ ਕਰੋ, ਜਦੋਂ ਖਤਮ ਕੀਤਾ CAA ਦਾ ਕਾਨੂੰਨ ਲੈ ਕੇ ਆਂਦਾ ਜੀ,
ਸੀਏ ਦੇ ਕਾਨੂੰਨ ਦੇ ਵਿੱਚ ਕਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਭੜਕਾਇਆ ਗਿਆ। ਉਦੋਂ ਆਹੀ ਕੁਝ ਬੰਦੇ ਨੇ, ਇਹ ਜਿਹੜੇ ਤੁਸੀਂ ਜਿਨ੍ਹਾਂ ਦੇ ਨਾਮ ਲਏ ਸੀ, ਇੰਟੈਕ ਵਾਲੇ ਜਾਂ ਕੋਈ ਹੋਰ ਇੱਕ ਦੋ ਹੈਗੇ ਨੇ, ਇਹ ਵੀ ਉਹ ਜਾ ਕੇ ਧਰਨਿਆਂ ਤੇ ਬੈਠੇ ਸੀ ਜੀ। ਇੱਥੇ ਸਾਡੇ ਇੱਕ ਪ੍ਰੋਫੈਸਰ ਸਾਹਿਬ ਨੇ, ਮੈਂ ਨਾਂ ਨਹੀਂ ਲੈਂਦਾ, ਸਾਰਿਆਂ ਨੂੰ ਪਤਾ ਹੀ ਹੋਣਾ ਜਦੋਂ ਮੈਂ ਬੋਲ ਕੇ ਦੱਸੂਗਾ, ਉਹਨਾਂ ਦਾ ਕਹਿਣਾ ਸੀ ਕਿ ਵੇਖੋ ਜੀ ਇਸ ਅੰਦੋਲਨ ਦੇ ਵਿੱਚ ਦਲਿਤ ਵੀ ਆ ਗਿਆ, ਵੇਖੋ ਜੀ ਇਹਦੇ ਵਿੱਚ ਸਟੂਡੈਂਟ ਉੱਤਰ ਆਏ ਨੇ। ਉਹ ਇਦਾਂ ਹੱਥ ਮਾਰ ਕੇ ਇੱਥੇ ਚੈਨਲਾਂ ਦੇ ਉੱਤੇ ਬੈਠ ਕੇ ਕਰਦੇ ਸੀ। ਮਕਸਦ ਕੀ ਸੀਗਾ ਕਿ ਮੋਦੀ ਦੇ ਖਿਲਾਫ ਮਾਹੌਲ ਬਣਾਉਣਾ, ਲੋਕਾਂ ਨੂੰ ਉਹਦੇ ਬਰਖਲਾਫ ਭੜਕਾਉਣਾ, ਤਾਂ ਕਿ ਜਿਹੜਾ ਅਸੀਂ ਚੰਗੇ ਪਾਸੇ ਨੂੰ ਵਧੇ ਆ ਉਹਦੇ ਤੇ ਬ੍ਰੇਕ ਲੱਗ ਜੇ। ਦਿਸ ਵਾਜ਼ ਦਾ ਓਨਲੀ ਇਹਨਾਂ ਦਾ ਜਿਹੜਾ ਮੰਤਵ ਸੀ, ਸਿਰਫ ਇੰਨਾ ਹੈ। ਔਰ ਇਸ ਕਰਕੇ ਦੇਸ਼ ਦਾ ਮਾਹੌਲ ਵਾਰ-ਵਾਰ ਖਰਾਬ ਕੀਤਾ ਜਾ ਰਿਹਾ, ਜਦ ਕਿ ਮੁਸਲਮਾਨ ਭਾਈਚਾਰਾ ਜਿਹੜਾ ਹਿੰਦੁਸਤਾਨ ਦਾ, ਉਹਦੇ 'ਚ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਸੀ ਹੋਣਾ। ਅਸੀਂ ਕਾਨੂੰਨ ਸੀਏ ਜਿਹੜਾ ਬਣਿਆ ਸੀਗਾ, ਉਹ ਸਾਡੇ ਜਿਹੜੇ ਗਵਾਂਢੀ ਮੁਲਕ ਨੇ, ਜਿਹੜੇ ਕਦੀ ਹਿੰਦੁਸਤਾਨ ਦਾ ਹਿੱਸਾ ਰਹੇ ਨੇ, ਉਹਦੇ ਵਿੱਚ ਜਿਹੜੇ ਮਾਈਨੋਰਟੀਜ਼ ਨੇ, ਹਿੰਦੂ, ਸਿੱਖ ਭਰਾ, ਆਪਣੇ ਜੈਨ ਹੋ ਗਏ, ਬੋਧੀ ਹੋ ਗਏ, ਇਹਨਾਂ ਨੂੰ ਅਸੀਂ ਅਕੋਮੋਡੇਟ ਕਰਨ ਲਈ ਵੀ ਉੱਥੇ ਪਰੇਸ਼ਾਨ ਹੋ ਰਹੇ ਨੇ, ਉਹਨਾਂ ਨੂੰ ਜੀਣ ਦਾ ਅਧਿਕਾਰ ਨਹੀਂ ਮਿਲ ਰਿਹਾ। ਇਸ ਕਰਕੇ ਜੋ ਇੰਡੀਆ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਨੇ ਤਾਂ ਲੈਣ। ਇਹਨਾਂ ਨੇ ਕੀ ਕਿਹਾ ਜੀ, ਉਹ 'ਚ ਮੁਸਲਿਮ ਸ਼ਬਦ ਕਿਉਂ ਨਹੀਂ ਲਾਇਆ? ਵੀ ਮੁਸਲਿਮ ਤੇ ਦੇਸ਼ ਆਲਰੇਡੀ ਉਹ ਹੈਗਾ, ਪਾਕਿਸਤਾਨ ਇਜ਼ ਆਲਰੇਡੀ ਮੁਸਲਿਮ ਦੇਸ਼, ਅਸੀਂ ਕਿਵੇਂ ਉਹਨੂੰ? ਤੇ ਇਹ ਇਹੋ ਜੀ ਗੱਲ ਕਰਕੇ ਇਹਨਾਂ ਨੇ ਦੇਸ਼ ਦਾ ਮਾਹੌਲ ਕਿੰਨੇ ਮਹੀਨੇ ਖਰਾਬ ਕਰਕੇ ਰੱਖਿਆ। ਕਿੰਨੇ ਮਹੀਨੇ ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਸ਼ਾਹੀਨ ਬਾਗ ਦਾ ਚੱਲਿਆ, ਲੇਕਿਨ ਉਹਦੇ ਵਿੱਚ ਅਸਲ 'ਚ ਕੀ ਨਿਕਲਿਆ? ਸੱਚਾਈ ਕੁਛ ਵੀ ਨਹੀਂ ਜੀ। ਇੰਡੀਆ ਦੇ ਮੁਸਲਮਾਨ ਨੂੰ ਕੋਈ ਫਰਕ ਪਿਆ? ਕੋਈ ਫਰਕ ਨਹੀਂ ਪਿਆ। ਇਸੇ ਤਰ੍ਹਾਂ ਅੱਜ ਵੀ ਜੋ ਕੁਛ ਹੋ ਰਿਹਾ ਹੈ, ਇਹ ਕੁਛ ਪੜ੍ਹੇ ਲਿਖੇ ਬੁੱਧੀਜੀਵੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਕਹਿੰਦਾ ਬੁੱਧੀਜੀਵੀ ਨਹੀਂ, ਜੇ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਉਹ ਕਬੁੱਧੀਜੀਵੀ ਨੇ। ਉਹਨਾਂ ਕਬੁੱਧੀਜੀਵੀਆਂ ਨੇ ਅੱਜ ਦੇਸ਼ ਦਾ ਬੇੜਾ ਕਰਨ ਵਾਲੇ ਪਾਸੇ ਤੁਰ ਪਏ ਨੇ। ਔਰ ਇਹ ਬਹੁਤ ਇਹਦੇ ਜਿਹੜੇ ਸਿੱਟੇ ਨੇ ਬੜੇ ਮਾੜੇ ਨਿਕਲਣ ਵਾਲੇ। ਮੈਨੂੰ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਅੱਜ ਆਪਣੀ ਸਿੱਖ ਕੌਮ ਬੜੇ ਸੌਖੇ ਉਹਦੇ ਵਿੱਚ ਹੈ। ਹਰ ਪੂਰੇ ਦੁਨੀਆ ਦੇ ਵਿੱਚ ਸਾਡੀ ਵਾਹ-ਵਾਹਕਾਰ ਹੋਈ ਆ, ਸਿੱਖਾਂ ਦੀ ਬੱਲੇ ਬੱਲੇ ਹੋਈ ਪਈ ਹੈ। ਤਾਂ ਕਹਿੰਦੇ ਹੁੰਦੇ ਜਦੋਂ ਬੱਲੇ ਬੱਲੇ ਹੋ ਜੇ ਕਿਸੇ ਡਾਂਗ ਦੀ, ਤਾਂ ਉਹਨੂੰ ਡਾਂਗ ਨੂੰ ਪਾਸੇ ਰੱਖ ਕੇ ਫਿਰ ਜ਼ੁਬਾਨ ਨਾਲ ਕੰਮ ਲਈਦਾ ਜੀ। ਅੱਜ ਅਸੀਂ ਜੇ ਇਹ ਸਮਝਦਾਰੀ ਤੋਂ ਕੰਮ ਨਾ ਲਿਆ ਤਾਂ ਮੈਨੂੰ ਲੱਗਦਾ ਕਿ ਇੱਕ ਮਾੜਾ ਦਿਨ ਫਿਰ ਉਹ ਪਰਤ ਕੇ ਨਾ ਆ ਜਾਣ, ਪ੍ਰਮਾਤਮਾ ਨਾ ਕਰੇ। ਪਰ ਇਹ ਹੁਣ ਅਸੀਂ ਬਹੁਤ ਸੋਹਣੀ ਪੋਜੀਸ਼ਨ ਤੇ ਆ, ਸਾਨੂੰ ਆਪਣੀ ਇੱਜ਼ਤ ਆਪਦੇ ਹੱਥ ਹੁੰਦੀ ਆ, ਆਪਾਂ ਨਾ ਉਵੇਂ ਦੀਆਂ ਗੱਲਾਂ ਕਰੀਏ। ਢਿੱਲੋਂ ਸਾਹਿਬ, ਪਰ ਇਹ ਵੀ ਦੋਸ਼ ਲਾਏ ਜਾ ਰਹੇ ਨੇ ਲੋਕਾਂ ਵੱਲੋਂ ਕਿ ਜਿਹੜੀ ਕੇਂਦਰ ਸਰਕਾਰ ਆ ਉਹਦੇ ਵੱਲੋਂ ਜਿਹੜਾ ਵੱਡੇ ਘਰਾਣੇ ਨੇ ਉਹਨਾਂ ਨੂੰ ਕਰਜ਼ੇ ਮਾਫੀ ਦਿੱਤੀ ਜਾ ਰਹੀ ਆ, ਪਰ ਕਿਸਾਨਾਂ ਦਾ ਕੋਈ ਜਿਹੜਾ ਹੱਲ ਉਹ ਨਹੀਂ ਕੱਢਿਆ ਜਾਂਦਾ। ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਨਹੀਂ ਦਿੱਤੀ ਜਾਂਦੀ। ਪਰ ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜੀ ਬੀਜੇਪੀ ਦੀ ਭਾਈਵਾਲ ਪੰਜਾਬ ਦੇ ਵਿੱਚ ਸਰਕਾਰ ਰਹੀ ਆ, ਸ਼੍ਰੋਮਣੀ ਅਕਾਲੀ ਦਲ, ਉਹਦੇ ਵੱਲੋਂ ਵੀ ਜਿਹੜਾ ਤੁਹਾਡੇ ਨਾਲ ਗੱਠਜੋੜ ਸੀ ਬੀਜੇਪੀ ਨਾਲ, ਉਹ ਤੋੜ ਦਿੱਤਾ ਗਿਆ, ਅਸਤੀਫਾ ਦੇ ਦਿੱਤਾ ਗਿਆ ਕੇਂਦਰੀ ਮੰਤਰੀ ਹਰਸਿਮਰਤ ਕੌਰ ਜੀ ਵੱਲੋਂ। ਕੀ ਇਹਦੇ ਵਿੱਚ ਸੱਚਾਈ ਕੀ ਹੈ ਕਿ ਇਹ ਜਿਹੜੇ ਕਿਹਾ ਤਾਂ ਹੀ ਜਾਂਦਾ ਕਿ ਤਿੰਨ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਲੈ ਕੇ ਜਿਹੜਾ ਅਸਤੀਫਾ ਦਿੱਤਾ ਗਿਆ, ਪਰ ਤੁਸੀਂ ਕਿਵੇਂ ਵੇਖਦੇ, ਬੀਜੇਪੀ ਕਿਵੇਂ ਵੇਖਦੀ ਹੈ ਜਿਹੜਾ ਨਾਤਾ ਟੁੱਟਿਆ? ਦੇਖੋ ਜੀ, ਹਰਸਿਮਰਤ ਬਾਦਲ ਦੀ ਗੱਲ ਤੇ ਹਰਸਿਮਰਤ ਬਾਦਲ ਦੱਸ ਸਕਦੇ ਨੇ ਜੀ। ਅਸੀਂ ਤਾਂ ਨਹੀਂ ਤੋੜਿਆ ਨਾਤਾ। ਅਸੀਂ ਤਾਂ ਉਸ ਟਾਈਮ ਨਹੀਂ ਤੋੜਿਆ ਜਦੋਂ ਪੰਜਾਬ ਦੇ ਵਿੱਚ ਬਿਲਕੁਲ ਅਕਾਲੀ ਦਲ ਦਾ ਵਿਰੋਧ ਸਿਖਰਾਂ ਤੇ ਸੀਗਾ ਜੀ। ਹਰ ਕੋਈ ਗਾਲਾਂ ਕੱਢਦਾ ਸੀ ਅਕਾਲੀ ਦਲ ਨੂੰ। ਉਸ ਵਕਤ ਵੀ ਅਸੀਂ ਖੜੇ ਰਹੇ ਨਾਲ। ਅਸੀਂ ਲੋਕ ਸਭਾ ਦੀ ਚੋਣਾਂ ਹੋਈਆਂ, ਇਹਨਾਂ ਨੂੰ ਬਰਾਬਰ ਤੇ ਸੀਟਾਂ ਦਿੱਤੀਆਂ। ਇਹਨਾਂ ਦਾ ਦੋ MP ਚੁਣ ਕੇ ਆਏ, ਉਹਦੇ ਬਾਵਜੂਦ ਇਹਨਾਂ ਨੂੰ ਮੰਤਰੀ ਪਦ ਦਿੱਤਾ। ਭਾਰਤੀ ਜਨਤਾ ਪਾਰਟੀ ਨੇ, NDA ਨੇ ਕਦੀ ਕਿਸੇ ਪਾਰਟੀ ਦੇ ਨਾਲ ਇਹੋ ਜਿਹਾ ਧੋਖਾ ਨਹੀਂ ਕੀਤਾ। ਇਹਨਾਂ ਦੀ ਕੀ ਮਜਬੂਰੀ ਹੈ ਜਾਂ ਇਹਨਾਂ ਨੇ ਕਿਉਂ ਐਵੇਂ ਦਾ ਕੀਤਾ, ਇਹ ਜਾਣਨ ਜਾਂ ਇਹੀ ਬਿਆਨ ਕਰ ਸਕਦੇ ਨੇ। ਮੈਂ ਉਹਦਾ ਤਾਂ ਕੁਝ ਨਹੀਂ ਕਹਿ ਸਕਦਾ ਜੀ। ਜਿਵੇਂ ਕਿ ਜਿਹੜੇ ਰਾਜਨਾਥ ਆਪਣੇ ਕੇਂਦਰੀ ਮੰਤਰੀ ਆ ਸਤਿਕਾਰਯੋਗ, ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜਿਹੜਾ ਕਿਸਾਨਾਂ ਨੂੰ ਆ ਉਹਨਾਂ ਨੂੰ ਟੁਕੜੇ ਗੈਂਗ ਜਾਂ ਖਾਲਿਸਤਾਨੀ, ਮਾਓਵਾਦੀ ਜਿਹੜੇ ਟੈਗ ਸਾਡਾ ਰਾਸ਼ਟਰੀ ਮੀਡੀਆ ਦੇ ਰਿਹਾ, ਅਜਿਹੇ ਟੈਗ ਨਹੀਂ ਦੇਣੇ ਚਾਹੀਦੇ। ਕਿਸੇ ਵੀ ਪ੍ਰਵਕਤਾ ਵੱਲੋਂ ਅਜਿਹੀ ਸ਼ਬਦਾਵਲੀ ਕਿਸਾਨਾਂ ਨੂੰ ਨਹੀਂ ਵਰਤਣੀ ਚਾਹੀਦੀ, ਕਿਉਂਕਿ ਉਹ ਸਾਡੇ ਹੀ ਲੋਕ ਨੇ, ਸਾਡੇ ਭਾਰਤੀ ਨੇ, ਉਹ ਕੋਈ ਗੈਰ ਨਹੀਂ। ਪਰ ਬੀਤੇ ਦਿਨ ਹੀ ਹੇਮਾ ਮਾਲਿਨੀ, ਭਾਵੇਂ ਮੈਂ ਬਾਲੀਵੁੱਡ ਦੇ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਹੈਗਾ, ਬਾਲੀਵੁੱਡ ਨੂੰ ਛੱਡ ਕੇ, ਕਿਉਂਕਿ ਉਹ ਇੱਕ ਲੋਕ ਸਭਾ ਮੈਂਬਰ ਦੀ ਇੱਕ ਵੱਲੋਂ ਇੱਕ ਬਿਆਨ, ਉਹ ਲੋਕ ਸਭਾ ਦੇ ਮੈਂਬਰ ਆ, ਲੋਕ ਸਭਾ ਦੇ ਜਿਹੜਾ ਮੈਂਬਰ ਆ ਉਹਦਾ ਜਿਹੜਾ ਬਿਆਨ ਆ ਉਹ ਬਹੁਤ ਜ਼ਰੂਰੀ ਹੋ ਜਾਂਦਾ ਹੁੰਦਾ, ਉਹਦੇ ਜਿਹੜੇ ਮੂੰਹੋਂ ਕਥਨ ਹੁੰਦੇ ਆ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਖੁਦ ਨੂੰ ਪਤਾ ਕਿ ਕੀ ਕਰਨਾ ਚਾਹੁੰਦੇ ਨੇ। ਇਹਨਾਂ ਕਿਸਾਨਾਂ ਨੂੰ ਤਾਂ ਇਹ ਇੱਕ ਤਰ੍ਹਾਂ ਦੀ ਭੜਕਾਇਆ ਜਾ ਰਿਹਾ ਜਾਂ ਕਿਸੇ ਨੂੰ ਵੱਲੋਂ ਸੰਕੇਤ ਚਲਾਇਆ ਜਾ ਰਿਹਾ। ਕੀ ਕਹਿਣਾ ਚਾਹੋਗੇ ਅਜਿਹੇ ਬਿਆਨਾਂ ਦੇ, ਕਿਉਂਕਿ ਰਾਜਨਾਥ ਸਿੰਘ ਖੁਦ ਕਹਿ ਚੁੱਕੇ ਨੇ ਕਿ ਅਜਿਹੀ ਸ਼ਬਦਾਵਲੀ ਨਾ ਵਰਤੀ ਜਾਵੇ? ਵੇਖੋ, ਸ਼ਬਦਾਵਲੀ ਦੇ ਉੱਤੇ ਤੇ ਕੰਟਰੋਲ ਹੋਣਾ ਚਾਹੀਦਾ ਹੀ ਹੈ। ਇਹ ਦੋਵੇਂ ਪਾਸਿਓਂ ਚਾਹੀਦਾ ਜੀ। ਜਦੋਂ ਕੋਈ ਵੀ ਕੇਂਦਰ ਦਾ ਕੋਈ ਲੀਡਰ ਜਾਂ ਕੋਈ ਕਿਸੇ ਪੋਲੀਟੀਕਲ ਪਾਰਟੀ ਦਾ ਲੀਡਰ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਉਹਨੂੰ ਸੋਚ ਸਮਝ ਕੇ ਕਰਨੀ ਚਾਹੀਦੀ। ਪਰ ਦੂਜੇ ਪਾਸੇ ਜੇ ਵੇਖੀਏ ਤੇ ਜਿਹੜਾ ਕਿਸਾਨ ਅੰਦੋਲਨ ਦੇ ਵਿੱਚੋਂ ਇਹੋ ਜਿਹੀਆਂ ਆਵਾਜ਼ਾਂ ਉੱਠ ਕੇ ਆਉਂਦੀਆਂ ਨੇ, ਹਾਏ ਹਾਏ ਮੋਦੀ ਮਰ ਗਿਆ, ਤੂੰ ਮਰ ਜਾ, ਤੂੰ ਫਲਾਣਾ, ਤੇ ਉਸ ਤੋਂ ਬਾਅਦ ਤੁਸੀਂ
ਕੋਈ ਸੋ ਕਾਲਡ ਬੰਦਿਆਂ ਦੀਆਂ ਫੋਟੋਆਂ ਦੇ ਬੈਨਰ ਉਹਦੇ 'ਚ ਲੱਗੇ ਹੁੰਦੇ ਨੇ ਜਾਂ ਕੋਈ ਉਵੇਂ ਦੇ ਨਾਅਰੇ ਲੱਗਦੇ ਨੇ, ਦੈਨ ਕਿਸੇ ਨਾ ਕਿਸੇ ਨੂੰ ਮੂੰਹ ਖੋਲਣ ਦਾ ਮੌਕਾ ਮਿਲਦਾ ਜੀ। ਆਪਾਂ ਨਰੋਲ ਕਿਸਾਨੀ ਦੇ ਅੰਦੋਲਨ ਨੂੰ ਨਰੋਲ ਕਿਸਾਨੀ ਦਾ ਅੰਦੋਲਨ ਕਿਉਂ ਨਹੀਂ ਰਹਿਣ ਦੇ ਸਕਦੇ ਜੀ? ਜੇ ਤੁਸੀਂ ਆਪਾਂ ਨੇ ਕੋਈ ਗੱਲਾਂ ਮਨਵਾਉਣੀਆਂ ਹੀ ਨੇ ਤਾਂ ਉਹਦੇ ਵਿੱਚ ਕਿੱਥੋਂ ਆ ਜਾਂਦਾ ਹੂ ਇਜ਼ ਦਾ ਤੁਹਾਡਾ ਗੁਰਪਤਵੰਤ ਸਿੰਘ ਪੰਨੂ, ਉਹ ਕਿਉਂ ਬਿਆਨਬਾਜ਼ੀ ਕਰਦਾ? ਅਮਰੀਕਾ 'ਚ ਬੈਠਾ ਭਰਾਵਾ, ਅਮਰੀਕਾ ਦੇ ਦਰਸ਼ਕ ਦੇਖਦੇ ਹੋਣਗੇ, ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ, ਗੁਰਪਤਵੰਤ ਸਿੰਘ ਪੰਨੂ ਐਂਡ ਆਲ ਜਿਹੜੇ ਉਹਦੇ ਨਾਲ ਦੇ ਸਮਰਥਕ, ਭਾਈਆ ਤੁਸੀਂ ਉੱਥੇ ਬਣਾ ਲਓ ਆਪਣਾ ਜਿਹੜਾ ਵੀ ਖਾਲਿਸਤਾਨ ਬਣਾਉਣਾ। ਪੰਜਾਬ ਦੇ ਵਿੱਚ ਸਿੱਖ ਬੜੇ ਸੌਖੇ ਨਾਲ ਰਹਿ ਰਿਹਾ, ਬੜਾ ਵਧੀਆ ਹੈ। ਇੰਡੀਆ ਦੀ ਹਰ ਵੱਡੀ ਪੋਸਟ ਤੱਕ ਸਿੱਖ ਜਿਹੜਾ ਪਹੁੰਚਿਆ, ਸਾਨੂੰ ਕੋਈ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਹੈ। ਹਰ ਇੱਕ ਪੋਸਟ ਦੇ ਉੱਤੇ ਤੁਸੀਂ ਚਾਹੇ ਆਰਮੀ ਚੀਫ ਹੋਵੇ, ਚਾਹੇ 에ਅਰਫੋਰਸ ਚੀਫ ਹੋਵੇ, ਚਾਹੇ ਚੀਫ ਜਸਟਿਸ ਆਫ ਇੰਡੀਆ ਹੋਵੇ, ਚਾਹੇ ਪ੍ਰਧਾਨ ਮੰਤਰੀ ਹੋਵੇ, ਹਰ ਜਗ੍ਹਾ ਤੇ ਸਿੱਖ ਪਹੁੰਚਿਆ। ਸਾਨੂੰ ਕੋਈ ਤਕਲੀਫ ਨਹੀਂ ਹਿੰਦੁਸਤਾਨ ਦੇ ਵਿੱਚ। ਜਿਹੜੇ ਬਾਹਰ ਬੈਠੇ ਨੇ ਉਹ ਵਰਗਲਾ ਕੇ ਇੱਥੋਂ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ। ਤੁਸੀਂ ਆਪਣਾ ਉੱਥੇ ਜੋ ਕਰਨਾ ਭਾਈ ਕਰੀ ਜਾਓ। ਬੱਚੇ ਇੱਥੇ ਸਾਡੇ ਮਰਦੇ ਨੇ ਮੁੜ ਕੇ। ਜੋ ਸੰਤਾਪ ਹੰਡਾਇਆ ਪਿੱਛੇ 1984 ਤੋਂ ਬਾਅਦ ਦਾ ਪੰਜਾਬ ਨੇ ਹੰਡਾਇਆ। ਅਮਰੀਕਾ ਵਾਲੇ ਤੁਸੀਂ ਜਾ ਕੇ ਬਹਿ ਕੇ ਉੱਥੋਂ ਬਿਆਨਬਾਜ਼ੀਆਂ ਦੇਈ ਜਾਂਦੇ ਹੋ, ਤੰਗ ਦੇ ਇੱਥੇ ਅਸੀਂ ਹੋਣਾ। ਸੋ ਮੇਰੀ ਹੱਥ ਮੰਨ ਕੇ ਬੇਨਤੀ ਹੈ, ਇਹ ਕੰਮ ਨਾ ਕਰੋ ਢਿੱਲੋਂ ਜੀ। ਪਰ ਗੱਲ ਇਹ ਹੈ ਨਾ, ਰਾਜੇਵਾਲ ਸਾਹਿਬ ਨੇ ਵੀ ਸਟੇਜ ਤੋਂ ਕਹਿ ਦਿੱਤਾ ਗਿਆ ਕਿ ਖਾਲਿਸਤਾਨ ਜਿਹੜਾ ਹੋਰ ਜਿਹੜੇ ਤਾਕਤਾਂ ਜਿਹੜੀਆਂ ਉਹਨਾਂ ਦਾ ਇਸ ਕਿਸਾਨੀ ਅੰਦੋਲਨ 'ਚ ਕੋਈ ਹੱਥ ਨਹੀਂ, ਕੋਈ ਉਹਨਾਂ ਦਾ ਇੱਥੇ ਹੱਥ ਬੰਨ੍ਹ ਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਅਜਿਹਾ ਕੁਝ ਨਾ ਹੋਵੇ। ਪਰ ਜਿਹੜੇ ਰਕੇਸ਼ ਟਕੈਤ ਨੇ ਉਹਨਾਂ ਨੇ ਵੀ ਇਹ ਕਿਹਾ ਸੀ, ਸਵਾਲ ਕਹਿ ਰਿਹਾ ਸੀ ਸਰਕਾਰ ਨੂੰ ਕਿ ਜੇਕਰ ਤੁਹਾਨੂੰ ਅਜਿਹੇ ਕੋਈ ਅਨਸਰ ਲੱਗ ਰਹੇ ਨੇ ਤਾਂ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ, ਗ੍ਰਿਫਤਾਰ ਕਰ ਸਕਦੇ ਹੋ। ਨਹੀਂ ਵੇਖੋ, ਰਾਜੇਵਾਲ ਸਾਹਿਬ ਦੀ ਗੱਲ ਦਾ ਮੈਂ ਸਵਾਗਤ ਕਰਦਾ ਔਰ ਰਾਜੇਵਾਲ ਸਾਹਿਬ ਬੜੇ ਸੁਲਝੇ ਸਿਆਣੇ ਬੰਦੇ ਨੇ। ਰਾਜੇਵਾਲ ਸਾਹਿਬ ਜੀ ਨੇ ਇਹ ਜੇ ਗੱਲ ਕਹੀ ਹੈ ਤਾਂ ਉਹਦੇ ਪਿੱਛੇ ਕਾਰਨ ਹੈ ਨਾ ਕੋਈ। ਇਟ ਮੀਨਸ ਕਿ ਕਿਤੇ ਨਾ ਕਿਤੇ ਇਹ ਸ਼ਰਾਰਤਾਂ ਹੋ ਰਹੀਆਂ ਨੇ ਤਾਂ ਰਾਜੇਵਾਲ ਸਾਹਿਬ ਨੂੰ ਸਟੇਜ ਤੋਂ ਚੜ੍ਹ ਕੇ ਇਹ ਗੱਲ ਕਹਿਣੀ ਪਈ। ਤੇ ਜੇ ਕੋਈ ਹੋਰ ਢਿੱਲੋਂ ਸਾਹਿਬ ਇਹ ਕਾਰਨ ਦੱਸਿਆ ਜਾਂਦਾ ਕਿ ਜਿਹੜਾ ਰਾਸ਼ਟਰੀ ਮੀਡੀਆ ਕਿਉਂਕਿ ਜੇਕਰ ਰਾਸ਼ਟਰੀ ਮੀਡੀਆ ਬਿਆਨਬਾਜ਼ੀ ਅਜਿਹੀ ਕਰਦਾ, ਕਿਉਂਕਿ ਨਕਾਰਾਤਮਕ ਪ੍ਰਭਾਵ ਜਾ ਰਹੇ ਨੇ ਅੰਦੋਲਨ ਦੇ ਭਾਰਤ ਦੇ ਵਿੱਚ ਰਾਸ਼ਟਰੀ ਮੀਡੀਆ ਦੇ ਰਾਹੀਂ, ਉਹਨਾਂ ਨੇ ਕਿਹਾ ਕਿ ਅਜਿਹਾ ਤਾਂ ਬਿਆਨ ਦੇਣਾ ਪੈ ਰਿਹਾ ਸਾਨੂੰ। ਨਹੀਂ ਵੇਖੋ ਨਾ, ਅੱਜ ਜੇ ਰਾਜੇਵਾਲ ਸਾਹਿਬ ਉਸ ਅੰਦੋਲਨ ਨੂੰ ਲੀਡ ਕਰ ਰਹੇ ਨੇ ਜੀ, ਸਰਮੋਰ ਲੀਡਰਾਂ ਦੇ ਵਿੱਚੋਂ ਨੇ, ਜੇ ਉਹਨਾਂ ਨੂੰ ਮੰਚ ਤੇ ਖਲੋ ਕੇ ਇਹ ਗੱਲ ਕਹਿਣੀ ਪੈਂਦੀ ਹੈ ਵੀ ਭਾਈ ਤੁਸੀਂ ਆਪਣਾ ਉੱਥੇ ਬਣਾਓ ਜੋ ਬਣਾਉਣਾ, ਸਾਡੇ ਇੱਥੇ ਇੰਟਰਫੇਅਰ ਨਾ ਕਰੋ, ਇਹਦਾ ਮਤਲਬ ਕੋਈ ਇੰਟਰਫੇਰੈਂਸ ਹੋ ਰਹੀ ਸੀਗੀ। ਇਹਦਾ ਮਤਲਬ ਕਿ ਉੱਥੇ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਜੇ ਉਹ ਮਾਹੌਲ ਕੋਈ ਇਹੋ ਜਿਹਾ ਬਣਦਾ ਦਿਸਿਆ ਕਿਸੇ ਨੂੰ, ਕਿਸੇ ਨੇ ਕੋਈ ਬਿਆਨ ਦੇ ਦਿੱਤਾ, ਫਿਰ ਉਹਦੇ ਤੇ ਗੁੱਸਾ ਕਾਹਦਾ ਕਰਨਾ ਜੀ? ਜੇ ਤਾਂ ਅਸੀਂ ਬਿਲਕੁਲ ਨਰੋਲ ਕਿਸਾਨੀ ਦੇ ਨਾਲ ਚੱਲੇ ਆ ਤੇ ਸਾਡੇ ਵੱਲੋਂ ਕੋਈ ਇਹੋ ਜਿਹੀ ਗੱਲਬਾਤ ਜਾਂ ਕੋਈ ਇਹੋ ਜਿਹੀ ਹਰਕਤ ਨਹੀਂ ਹੋਈ, ਦੈਨ ਅਸੀਂ ਗੁੱਸਾ ਕਰ ਸਕਦੇ ਹਾਂ ਵੀ ਹੇਮਾ ਮਾਲਿਨੀ ਨੇ ਜਾਂ ਫਲਾਣੇ ਲੀਡਰ ਨੇ ਇਹ ਕਿਉਂ ਕਿਹਾ। ਤੇ ਜਦੋਂ ਅਸੀਂ ਉੱਥੇ ਦਿਖਾਈ ਦੇ ਜਾਂਦਾ ਹੈ, ਉੱਥੇ ਕੋਈ ਬਿਆਨ ਇਹੋ ਜਿਹਾ ਆ ਜਾਂਦਾ, ਉੱਥੇ ਤੁਹਾਡੇ ਜਿਹੜੇ ਬਾਹਰ ਵਾਲੇ ਅਮਰੀਕਾ ਵਾਲੇ ਜਾਂ ਕੈਨੇਡਾ ਵਾਲੇ ਜਿਹੜੇ ਸੋ ਕਾਲਡ ਹੈਗੇ ਨੇ, ਉਹ ਜਦੋਂ ਇਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਇਹੋ ਜਿਹੇ ਮੈਸੇजेस ਆਉਂਦੇ ਨੇ, ਸੋਸ਼ਲ ਮੀਡੀਆ ਤੇ ਚੱਲਦਾ, ਤੇ ਦੈਨ ਕਿਸੇ ਨਾ ਕਿਸੇ ਨੇ ਤਾਂ ਬੋਲ ਹੀ ਦੇਣਾ ਜੀ। ਪਰ ਵੱਡੀ ਗੱਲ ਬੀਇੰਗ ਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੋਏ ਮੇਰੇ ਦਿਲ ਦੇ ਵਿੱਚ ਤੇ ਹਮਦਰਦੀ ਹੋ ਸਕਦੀ ਹੈ ਜੀ, ਠੀਕ ਹੈ ਨਾ, ਹਰ ਇੱਕ ਦੇ ਥੋੜੀ ਹੁੰਦੀ ਹੈ, ਇਸ ਗੱਲ ਨੂੰ ਸਮਝੋ। ਪਰ ਢਿੱਲੋਂ ਸਾਹਿਬ ਵੱਡੀ ਗੱਲ ਤਾਂ ਇਹ ਵੀ ਹੈ ਨਾ, ਰਕੇਸ਼ ਟਕੈਤ ਜੀ ਨੇ ਵੀ ਇਹ ਕਿਹਾ ਹੈ ਕਿ ਜੇ ਤੁਹਾਨੂੰ ਲੱਗ ਰਿਹਾ ਤੁਹਾਡੀਆਂ ਜਿਹੜੀਆਂ ਏਜੰਸੀਆਂ ਉਹ ਕੀ ਕਰ ਰਹੀਆਂ ਨੇ, ਗ੍ਰਿਫਤਾਰ ਕਰੋ ਉਹਨਾਂ ਨੂੰ। ਜੇ ਤੁਹਾਨੂੰ ਲੱਗ ਰਿਹਾ ਕੋਈ ਸ਼ਰਾਰਤੀ ਅਨਸਰ ਆ ਰਿਹਾ, ਉਹਨਾਂ ਨੂੰ ਗ੍ਰਿਫਤਾਰ ਕਰੋ। ਨਹੀਂ ਗ੍ਰਿਫਤਾਰ ਕਰੋ ਤੇ ਉਹ ਨਹੀਂ ਕਾਰਵਾਈ, ਕਿਉਂਕਿ ਭਾਰਤ ਦੇ ਅੰਦਰ ਅੰਦੋਲਨ ਹੋ ਰਿਹਾ। ਸੁਣੋ ਇਹ ਤਕਲੀਫ ਕੀ ਹੈ ਇਸ ਵਕਤ ਦੀ ਜੀ। ਅੱਜ ਜੇ ਇੱਕ ਵੀ ਕੋਈ ਉੱਥੇ ਦਾ ਬਰੂਦ ਦਾ ਢੇਰ ਬਣਿਆ ਪਿਆ, ਜਿਸ ਹਾਲਾਤ ਦੇ ਵਿੱਚ ਆਪਾਂ ਬੈਠੇ, ਸਮਝੋ ਬਰੂਦ ਦਾ ਢੇਰ ਕਿਵੇਂ, ਜਿਹੜੇ ਸਾਡੇ ਅੰਦਰ ਦੇ ਵਰਬਲੇ ਨੇ ਜਾਂ ਅੰਦਰ ਦੇ ਜਿਹੜੇ ਖੁਆਇਸ਼ਾਂ ਨੇ ਜਾਂ ਕੁਝ ਵੀ ਨੇ, ਉੱਥੇ ਇੱਕ ਨਿੱਕੀ ਜਿੰਨੀ ਹਰਕਤ ਬਹੁਤ ਵੱਡੀ ਭਾਰੀ ਪੈ ਸਕਦੀ ਹੈ। ਹਾਂਜੀ, ਦਿੱਲੀ ਦੇ ਬਾਰਡਰ ਦੇ ਉੱਤੇ ਜਿੰਨੀਆਂ ਕੁ ਭਾਵਨਾਵਾਂ ਭੜਕਾਈਆਂ ਹੋਈਆਂ ਨੇ, ਜਿੰਨੀਆਂ ਕੁ ਭੜਕੇ ਹੋਏ ਨੇ, ਜੇ ਇੱਕ ਨਿੱਕੀ ਜੀ ਹਰਕਤ ਹੁੰਦੀ, ਸਰਕਾਰ ਵੀ ਇਸ ਗੱਲ ਬਾਰੇ ਪੂਰੀ ਸੰਵੇਦਨਸ਼ੀਲ ਹੈ, ਸਰਕਾਰ ਵੀ ਸਮਝਦੀ ਹੈ ਇਹਨਾਂ ਗੱਲਾਂ ਨੂੰ ਜੀ। ਕਿਸਾਨ ਆਗੂ ਵੀ ਪਰ ਕਹਿ ਸਕਦੇ ਪੂਰਾ ਸੰਵੇਦਨਸ਼ੀਲ ਹੈ, ਕਿਸਾਨ ਆਗੂ ਵੀ ਸੰਵੇਦਨਸ਼ੀਲ ਨੇ, ਮੈਂ ਕਹਿ ਸਕਦਾ। ਪਰ ਜਿਹੜੇ ਆ ਵਿੱਚ ਬੈਠੇ ਲੋਕ ਨੇ ਨਾ, ਇਹਨਾਂ ਨੇ ਕੋਈ ਨਾ ਕੋਈ ਸ਼ਰਾਰਤ ਕਰਾਉਣੀ ਹੈ ਜੀ, ਇਹਨਾਂ ਨੇ ਕਰਵਾਉਣੀ ਹੈ। ਬਾਅਦ ਵਿੱਚ ਸਰਕਾਰ ਨੇ ਜੇ ਕੋਈ ਉਹਦੇ ਤੇ ਕਾਰਵਾਈ ਕੀਤੀ, ਇਹਨਾਂ ਕਹਿਣਾ ਵੇਖੋ ਜੀ ਆ ਮੋਦੀ ਸਿੱਖ ਵਿਰੋਧੀ, ਇਹਨਾਂ ਨੇ ਇਹ ਇਲਜ਼ਾਮ ਲਾਉਣਾ ਜੀ। ਔਰ ਵੱਡੀ ਗੱਲ ਇਹ ਕਿ ਕਾਂਗਰਸ ਪਾਰਟੀ ਐਂਡ ਆਲ ਇਹ ਆਪਣਾ 1984 ਦਾ ਦਾਗ ਧੋਣਾ ਚਾਹੁੰਦੇ ਨੇ ਜੀ, ਔਰ ਇਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਇਹੋ ਜਿਹੀ ਹਰਕਤ ਹੋ ਜਾਵੇ, ਕੋਈ ਉੱਥੇ ਉੱਚੀ ਨੀਵੀਂ ਹਰਕਤ ਕੀ ਕਹਿੰਦੇ ਗੋਲੀ ਗਾਲੀ ਚੱਲ ਜੇ, ਔਰ ਸਾਡੇ ਕਾਂਗਰਸ ਦੇ ਮੱਥੇ ਤੋਂ ਉਹ ਦਾਗ ਲੱਥ ਜੇ ਤੇ ਬੀਜੇਪੀ ਦੇ ਮੱਥੇ ਤੇ ਲੱਗ ਜੇ ਜੀ। ਪਰ ਇਹ ਹੋਣ ਵਾਲਾ ਨਹੀਂ। ਬੀਜੇਪੀ ਪੂਰੀ ਸਿੱਖਾਂ ਦੀ ਹਮਦਰਦ ਹੈ, ਪੂਰੀ ਨਾਲ ਖੜੀ ਹੈ, ਮੋਦੀ ਵੀ ਪੂਰਾ ਸੰਵੇਦਨਸ਼ੀਲਤਾ ਦੇ ਨਾਲ ਖੜੇ ਨੇ। ਇਸ ਗੱਲ ਤੇ ਵਿਸ਼ਵਾਸ ਰੱਖੋ। ਸਾਨੂੰ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਐਵੇਂ ਆਪਣਾ ਦੇਸ਼ ਦਾ ਆਪਾਂ ਖਰਾਬ ਨਹੀਂ ਕਰਨਾ। ਇਸ ਲਈ ਕੋਈ ਹਾਲੇ ਤਾਂ ਨਿਕਲੇ, ਜਦੋਂ ਵੀ ਨਿਕਲੇ ਠੀਕ ਢੰਗ ਨਾਲ ਨਿਕਲੇ, ਪਰ ਸ਼ਾਂਤੀ ਬਣਾਈ ਰੱਖਣੀ। ਪਰ ਢਿੱਲੋਂ ਸਾਹਿਬ ਜਿਹੜੀ ਇੱਕ ਵੱਡੀਆਂ ਗੱਲਾਂ ਇਹ ਆ ਰਹੀਆਂ ਨੇ ਕਿ
ਜਿਵੇਂ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਲੋਕਾਂ ਦੇ ਵੱਲੋਂ ਭਾਜਪਾ ਜਿਹੜੇ ਆਗੂ ਆ ਉਹਨਾਂ ਦਾ ਜਿਹੜਾ ਘਰੋ ਕੀਤਾ ਜਾ ਰਿਹਾ, ਵਿਰੋਧ ਕੀਤਾ ਜਾ ਰਿਹਾ ਇਹਨਾਂ ਕਾਨੂੰਨਾਂ ਨੂੰ ਲੈ ਕੇ। ਜਿਵੇਂ ਕਿ ਕੱਲ ਦੀ ਖਬਰ ਆ, ਜਿਮ ਦਾ ਉਦਘਾਟਨ ਕਰਨ ਗਏ ਸ਼ਵੇਤ ਮਲਿਕ ਜੀ ਦਾ ਵੀ ਜਿਹੜਾ ਉਹ ਘਰਾਓ ਹੋਇਆ, ਕਿਉਂਕਿ ਓਪਨ ਜਿਹੜੀ ਜਿਮ ਸੀ ਉਹਦਾ ਉਦਘਾਟਨ ਕਰਨ ਗਏ ਸੀ ਉਹ ਅੰਮ੍ਰਿਤਸਰ ਦੇ ਲਾਗੇ। ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਜਾਣਾ ਪਿਆ। 2 ਘੰਟੇ ਬਾਅਦ ਭਾਵੇਂ ਉਹ ਆ ਕੇ ਸੁਰੱਖਿਆ ਦੇ ਜਿਹੜੇ ਤਕੜੇ ਪ੍ਰਬੰਧ ਆ ਉਹਨਾਂ ਵਿੱਚ ਆ ਕੇ ਉਹਨਾਂ ਨੇ ਉਦਘਾਟਨ ਕੀਤਾ। ਐਵੇਂ ਇੱਕ ਹੋਰ ਜਿਹੜੀ ਘਟਨਾ ਹੋਈ ਆ ਉਹਦੇ ਵਿੱਚ ਵੀ ਜਿਹੜੇ ਭਾਜਪਾ ਦੇ ਆਗੂ ਆ ਬੈਠਕ ਕਰਨ ਜਾ ਰਹੇ ਸੀ, ਭਵਾਨੀਗੜ੍ਹ ਦੀ ਜਿਹੜੀ ਘਟਨਾ, ਉੱਥੇ ਜਿਹੜੇ ਹਾਲ 'ਚ ਉਹਨਾਂ ਨੇ ਬੈਠਕ ਕੀਤੀ ਆ ਉੱਥੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਿਵੇਂ ਕਿ ਆਪਣਾ ਹਰਿਆਣੇ ਦੀ ਜਿਹੜੀ ਵੱਡੀ ਘਟਨਾ ਬਹੁਤ ਵੱਡੀ ਹੈ, ਰਾਜਨੀਤਿਕ ਜਿਹੜੀ ਚਿੰਤਾ ਹੈ ਰਾਜਨੀਤਿਕਾਂ ਲਈ ਕਿ ਆਪਣੇ ਹੀ ਸਟੇਟ ਦੇ ਵਿੱਚ ਆਪਣੇ ਹੀ ਹਰਿਆਣੇ ਦਾ ਮੁੱਖ ਮੰਤਰੀ ਮਹਾ ਕਿਸਾਨ ਰੈਲੀ ਨਹੀਂ ਕਰ ਪਾਇਆ। ਲੋਕਾਂ ਦਾ ਜਿਹੜਾ ਰੋਸ਼ ਆ ਉਹ ਵੇਖਣ ਨੂੰ ਮਿਲ ਰਿਹਾ, ਬੀਜੇਪੀ ਨੂੰ ਖਾਸ ਕਰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਬੀਜੇਪੀ ਦੇ ਜਿਹੜੇ ਆਗੂ ਨੇ, ਸੀਨੀਅਰ ਆਗੂ ਨੇ, ਉਹਨਾਂ ਵੱਲੋਂ ਵੀ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਦੇ ਵਿੱਚ ਕੱਲ 10 ਬੰਦੇ ਗਏ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਕਿਸਾਨੀ ਅੰਦੋਲਨ ਕਰਕੇ ਬੀਜੇਪੀ ਛੱਡੀ ਆ। ਕੀ ਕਹਿਣਾ ਚਾਹੋਗੇ? ਲੋਕਾਂ ਦਾ ਜਿਹੜਾ ਰੋਹ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ। ਤੁਸੀਂ ਪਿਛਲੇ 2-3 ਸਾਲ ਪਹਿਲਾਂ ਇੱਕ ਗੱਲ ਸੁਣੀ ਹੋਣੀ ਹੈ ਜੀ, ਅਸਹਿਣਸ਼ੀਲਤਾ ਇੱਕ ਵਰਡ ਕੱਢ ਕੇ ਲਿਆਂਦਾ ਸੀ, ਇਨਟੋਲਰੈਂਸ ਜੀ। ਇਨਟੋਲਰੈਂਸ ਉਦੋਂ ਜੇ ਇੱਕ ਧੜੇ ਨੂੰ ਆਪਣੀ ਗੱਲ ਕਹਿਣ ਦਾ ਰੱਖਣ ਦਾ ਅਧਿਕਾਰ ਹੈ ਉਹ ਰੱਖਦਾ ਹੈ ਜੀ, ਤੇ ਉਹ ਠੀਕ ਹੈ। ਹਾਂਜੀ, ਜੇ ਸੱਤਾ ਪਕਸ਼ ਆਪਣੀ ਗੱਲ ਰੱਖਣ ਦੀ ਗੱਲ ਕਰਦਾ ਹੈ ਵੀ ਮੈਂ ਵੀ ਆਪਣੀ ਗੱਲ ਰੱਖਣੀ ਹੈ ਲੋਕਾਂ ਦੇ ਵਿੱਚ, ਮੈਂ ਜਾ ਕੇ ਸੱਚਾਈ ਦੱਸਣੀ ਹੈ, ਹਾਂਜੀ, ਤਾਂ ਉਹ ਜਿਹੜਾ ਤੁਸੀਂ ਉਹਨੂੰ ਕੀ ਕਹੋਗੇ ਵੀ ਇਹਨਾਂ ਨੂੰ ਨਹੀਂ ਅਧਿਕਾਰ ਹੈਗਾ, ਉਹਦੇ ਤੇ ਹਿੰਸਕ ਆਪਾਂ ਕਰਨੇ ਸ਼ੁਰੂ ਕਰ ਦਾਂਗੇ ਅਟੈਕ ਜੀ। ਲੋਕਤੰਤਰ ਹੈ, ਲੋਕਤੰਤਰ 'ਚ ਜੇ ਤੁਸੀਂ ਆਪੋਜੀਸ਼ਨ ਨੂੰ ਅਧਿਕਾਰ ਹੈ ਧਰਨੇ ਪ੍ਰਦਰਸ਼ਨ ਕਰਨ ਦਾ, ਮੁਜ਼ਾਹਰੇ ਕਰਨ ਦਾ, ਤਾਂ ਸਰਕਾਰ ਨੂੰ ਵੀ ਆਪਣੀ ਗੱਲ ਕਹਿਣ ਦਾ ਅਧਿਕਾਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਪਰ ਹੈਗਾ। ਹਾਂਜੀ, ਪਰ ਗੱਲ ਇਹ ਹੈ ਕਿ ਜਦੋਂ ਅਸਹਿਣਸ਼ੀਲਤਾ ਦੀ ਗੱਲ ਚੱਲੀ ਸੀਗੀ ਉਹ ਇਹੀ ਲੋਕ ਸਨ ਅੱਜ ਜਿਨ੍ਹਾਂ ਨੇ ਅਸਹਿਣਸ਼ੀਲਤਾ ਫੈਲਾਈ ਹੈ ਜੀ। ਅਸੀਂ ਬੀਜੇਪੀ ਨੇ ਕਦੀ ਵੀ ਮੀਡੀਆ ਤੇ ਜਾਂ ਕਿਸੇ ਤੇ ਰੋਕ ਨਹੀਂ ਸੀ ਲਾਈ ਉਹਨਾਂ ਦਿਨਾਂ 'ਚ ਵੀ ਤੇ ਅੱਜ ਵੀ। ਠੀਕ ਹੈ, ਜੋ ਅੱਜ ਚੱਲ ਰਿਹਾ ਕੋਈ ਵੀ ਮੀਡੀਆ, ਹਜ਼ਾਰਾਂ ਮੀਡੀਆ ਗਰੁੱਪਸ ਨੇ ਚੱਲ ਰਹੇ ਨੇ, ਆਪਣਾ ਆਪਣਾ ਜਿਹਦਾ ਜੋ ਦਿਲ ਕਰਦਾ ਦਿਖਾਈ ਜਾਂਦਾ, ਕੋਈ ਕਿਸੇ ਦੇ ਰੋਕ ਟੋਕ ਨਹੀਂ। ਹਾਂਜੀ, ਪਰ ਜੇ ਸਰਕਾਰ ਕੋਈ ਕੰਮ ਕਰਨ ਲੱਗਦੀ ਜਾਂ ਉਹ ਕੋਈ ਆਪਣੀ ਗੱਲ ਰੱਖਣ ਲੱਗਦੀ ਹੈ ਤਾਂ ਉਹਨੂੰ ਟ੍ਰੋਲ ਕਰਨਾ ਸ਼ੁਰੂ ਕਰਦਾ, ਟਵੀਟ ਦੇ ਉੱਤੇ ਟ੍ਰੋਲਿੰਗ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਚਮਚਾ ਕਹਿਣਾ ਸ਼ੁਰੂ ਕਰ ਦਿੰਦੇ ਨੇ, ਕੋਈ ਕੁੱਤਾ ਕਹਿਣਾ ਸ਼ੁਰੂ ਕਰ ਦਿੰਦੇ ਨੇ, ਕੋਈ ਗੰਦੇ ਗੰਦੇ ਲਫ਼ਜ਼ਾ ਜਿਹੜੇ ਵਰਤਦੇ ਨੇ। ਭਾਈ ਤੁਹਾਡੀਆਂ ਮਾਵਾਂ ਭੈਣਾਂ ਧੀਆਂ ਸਾਰੀਆਂ ਦੀਆਂ ਸਾਂਝੀਆਂ ਪੜ੍ਹਦੀਆਂ ਨੇ ਉਹਨਾਂ ਚੀਜ਼ਾਂ ਨੂੰ, ਆਪਣੀ ਲੈਂਗੁਏਜ ਤੇ ਕੰਟਰੋਲ ਰੱਖਿਆ ਕਰੋ। ਹਾਂਜੀ, ਸੋ ਇਸ ਕਰਕੇ ਪਰਿਵਾਰ ਆਪਣਾ ਇੱਕ ਪੰਜਾਬੀ ਆਪਾਂ ਸਾਰੇ ਭਾਈਚਾਰਾ, ਪਰ ਇਦਾਂ ਦੀਆਂ ਗੱਲਾਂ ਠੀਕ ਆ ਕਿਸੇ ਇੱਕ ਤੁਸੀਂ ਉਹਦੇ ਪਿੱਛੇ ਲੱਗ ਕੇ ਕੋਈ ਐਵੇਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ। ਬੜੇ ਮੁਸ਼ਕਿਲ ਨਾਲ ਪੰਜਾਬ ਸੰਭਲਿਆ ਜੀ, ਬੜੇ ਹਾਲਾਤ ਮਾੜਿਆਂ ਦੇ ਵਿੱਚੋਂ ਨਿਕਲਿਆ, ਤੇ ਇਹ ਜਿਹੜੇ ਕੁਛ ਇਹੋ ਜਿਹੇ ਲੀਡਰ ਨੇ ਦੁਬਾਰਾ ਇਸ ਗੱਲ ਨੂੰ ਉਸ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਸਾਰੀ ਇੱਕ ਵਾਰਾਂ ਤਾਂ ਜਵਾਨੀ ਖਤਮ ਹੋ ਗਈ ਸੀ, ਫਿਰ ਨਸ਼ਿਆਂ ਦੇ ਵਿੱਚ ਗਰਕ ਕਰਤੀ, ਅੱਜ ਜੇ ਉੱਭਰ ਕੇ ਅਸੀਂ ਬਾਹਰ ਨਿਕਲੇ ਆ ਔਰ ਨਵਾਂ ਸ਼ੁਰੂ ਕਰਤਾ। ਪਰ ਰਾਜੇਵਾਲ ਜੀ ਵੱਲੋਂ ਤਾਂ ਇਹ ਕਹਿਣਾ ਹੈ ਕਿ ਜਿਹੜਾ ਸਾਡੇ ਪਰ ਟੈਗ ਲਾਇਆ ਗਿਆ ਸੀ ਨੌਜਵਾਨਾਂ ਨੂੰ, ਨਸ਼ਿਆਂ ਦਾ ਟੈਗ ਆ, ਉਹ ਤਾਂ ਤੁਸੀਂ ਵੇਖ ਸਕਦੇ ਹੋ ਨੌਜਵਾਨਾਂ ਦਾ ਰੋਹ ਕਿਵੇਂ ਸਾਡੇ ਨਾਲ ਸਹਿਯੋਗ ਦੇ ਰਹੇ ਨੇ, ਕਿਵੇਂ ਉੱਥੇ ਡਿਊਟੀਆਂ ਨਿਭਾ ਰਹੇ ਨੇ, ਅੰਦੋਲਨ ਨੂੰ ਕਿਵੇਂ ਚਲਾ ਰਹੇ ਨੇ, ਸੰਚਾਲਨ ਕਰ ਰਹੇ ਨੇ। ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ ਜਿਹੜਾ ਸਾਡਾ ਨੌਜਵਾਨ ਅੱਜ ਫਿਰ ਬਚ ਗਿਆ ਦੁਬਾਰਾ। ਹਾਂਜੀ, ਫਿਰ ਖੜੇ ਹੋ ਗਏ ਆ ਅਸੀਂ। ਪਰ ਅੱਗੇ ਕੀ ਨੈਕਸਟ ਕੀ ਜੀ, ਕੀ ਕਿਹੜੇ ਪਾਸੇ ਨੂੰ ਲਿਜਾਣਾ ਚਾਹੁੰਦੇ ਆ? ਆਪਣੇ ਟਾਵਰਾਂ ਤੋੜਤੇ, ਕਦੀ ਕਿਸੇ ਦੀਆਂ ਪੈਟਰੋਲ ਪੰਪਾਂ ਦੇ ਉੱਤੇ ਤੋੜਪੰਨ ਕਰਤੀ। ਕੱਲ ਨੂੰ ਕਿਹੜਾ ਇੰਡਸਟਰੀਅਲਿਸਟ ਆ ਕੇ ਇੱਥੇ ਇੰਡਸਟਰੀ ਲਾਊਗਾ? ਜਿਹੜੇ ਕਿਸਾਨ ਨੇ ਜ਼ਮੀਨ ਵਾਹੁੰਦੇ ਨੇ ਉਹ ਤਾਂ ਚੱਲ ਪਲ ਜਾਣਗੇ, ਆਪਣਾ ਗੁਜ਼ਾਰਾ ਜ਼ਮੀਨ ਵਾਹ ਕੇ ਕਰ ਲੈਣਗੇ। ਜਿਨ੍ਹਾਂ ਕੋਲੇ ਜ਼ਮੀਨ ਵੀ ਨਹੀਂ, ਜਿਨ੍ਹਾਂ ਕੋਲੇ ਹੋਰ ਕੋਈ ਕੰਮ ਧੰਦਾ ਨਹੀਂ ਜੀ, ਉਹ ਕੀ ਕਰਨਗੇ? ਉਹਨਾਂ ਵੀ ਤਾਂ ਕਿਤੇ ਨੌਕਰੀ ਕਰਨੀ ਕਿ ਨਹੀਂ ਕਰਨੀ। ਤੁਸੀਂ ਇਹੋ ਜਿਹਾ ਮਾਹੌਲ ਨਾ ਬਣਾਓ ਪੰਜਾਬ ਦੇ ਅੰਦਰ ਕਿ ਕੋਈ ਕੱਲ ਨੂੰ ਆਣ ਕੇ ਇਨਵੈਸਟਮੈਂਟ ਹੀ ਨਾ ਕਰੇ ਜੀ। ਕਿੱਥੇ ਅਸੀਂ ਅੱਗੇ ਨੂੰ ਵਧਣ ਦੀ ਗੱਲ ਕਰਦੇ ਹਾਂ, ਤੁਸੀਂ ਪਿਛਾਂਹ ਨੂੰ ਖਿੱਚਣ ਦੀ ਗੱਲ ਕਰਦੇ ਹੋ। ਇਸ ਕਰਕੇ ਇਹ ਬੜਾ ਸੰਵੇਦਨਸ਼ੀਲ ਜਿਹਾ ਮਸਲਾ ਹੈ, ਇਹਦੇ ਤੇ ਥੋੜਾ ਗੰਭੀਰਤਾ ਨਾਲ ਸੋਚਣਾ ਚਾਹੀਦਾ, ਮੈਂ ਸਮਝਦਾ। ਪਰ ਢਿੱਲੋਂ ਸਾਹਿਬ, ਜਿਵੇਂ ਤੁਸੀਂ ਆਪ ਕਬੂਲਿਆ ਕਿ ਲੋਕਤੰਤਰ ਦੇ ਵਿੱਚ ਹਰ ਇੱਕ ਇਨਸਾਨ ਨੂੰ ਹੱਕ ਹੈ ਕਿ ਆਪਣੀ ਗੱਲ ਉਹ ਵਾਜਬ ਢੰਗ ਨਾਲ ਰੱਖ ਸਕਦਾ ਹੈ। ਜਿਵੇਂ ਕਿ ਹੁਣ ਵਿਰੋਧੀ ਧਿਰ ਦੀ ਗੱਲ ਕਰੀਏ ਹਰਿਆਣੇ ਦੀ ਤਾਂ, ਜਾਂ ਪੰਜਾਬ ਦੇ ਵਿੱਚ ਸੱਤਾ ਧਿਰ ਦੀ, ਹਰਿਆਣੇ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਭੂਮਿਕਾ ਨਿਭਾ ਰਹੀ ਹੈ। ਕਾਂਗਰਸ ਵੱਲੋਂ ਕੱਲ ਜਿਹੜਾ ਉਹ ਰਾਜ ਭਵਨ ਦਾ ਘਿਰਾਓ ਕਰਨ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਜਲ ਤੋਪਾਂ ਉਹਨਾਂ ਤੇ ਵਰਤਾਈਆਂ ਗਈਆਂ, ਅਥਰੂ ਗੈਸ ਵੀ ਸਿੱਟੇ ਗਏ ਨੇ, ਉਹ ਜ਼ਖਮੀ ਹੋਏ ਆ ਕੁਝ ਪੁਲਿਸ ਵਾਲੇ ਵੀ, ਉਹ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿ ਜਿਵੇਂ ਬੀਜੇਪੀ ਵੱਲੋਂ ਅਜਿਹੀਆਂ ਕਾਰਵਾਈਆਂ ਲੋਕਤੰਤਰ ਦਾ ਕੀ ਘਾਣ ਨਹੀਂ ਹੈਗੀ? ਜਿਵੇਂ ਮੈਂ ਪਹਿਲਾਂ ਕਿਹਾ, ਜੇ ਕੋਈ ਅਨਸੁਖਾਵੀ ਘਟਨਾ ਘਟੀ ਤਾਂ ਉਹਦੇ ਪਿੱਛੇ ਇਹ ਕਾਂਗਰਸ ਹੋਊਗੀ। ਕਾਂਗਰਸ ਜਾਣ ਕੇ ਮਾਹੌਲ ਵਿਗਾੜਨ ਦੇ ਲਈ
ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰੇਗੀ ਕਿ ਉਹਨਾਂ ਦੇ ਉੱਤੇ ਜਿਹੜਾ ਦਾਗ ਲੱਗਿਆ ਨਾ ਉਹ ਮਿਟ ਜਾਵੇ ਜੀ। ਇਹ ਇਸ ਕਰਕੇ ਇਹਨਾਂ ਨੇ ਕੋਈ ਨਾ ਕੋਈ ਇਹੋ ਜਿਹੀ ਹਰਕਤ ਕਰਾਉਣੀ ਹੈ। ਬਚ ਜਿਓ ਜੇ ਇਹਨਾਂ ਤੋਂ। ਇਹ ਬੇੜਾਗਰਕ ਕਰਨ ਵਾਲੇ ਪਾਸੇ ਤੁਰ ਪਏ ਨੇ। ਨਹੀਂ ਢਿੱਲੋਂ ਸਾਹਿਬ, ਪਰ ਉਹ ਜਦੋਂ ਆ ਰਹੇ ਸੀ ਉਹਨਾਂ ਨਾਲ ਸ਼ਾਂਤੀ ਨਾਲ ਵੀ ਗੱਲ ਕੀਤੀ ਜਾ ਸਕਦੀ ਸੀ। ਉਹਨਾਂ ਨੂੰ ਰੋਕਾਂ ਕੀ ਉਹਨਾਂ ਲਈ ਇਹ ਨਹੀਂ ਸਮਝ ਆ ਰਹੀ ਜੀ ਵੀ ਉਹ ਜਦੋਂ ਆ ਰਹੇ ਤੇ ਤਾਂ ਉਹਨਾਂ ਦੀ ਜਿਹੜੀ ਰਾਜ ਭਵਨ ਦਾ ਉਹ ਘਰਾਓ ਕਰਨ ਜਾ ਰਹੇ ਸੀ ਤਾਂ ਉੱਥੇ ਉਹਨਾਂ ਨਾਲ ਬੈਠ ਕੇ ਉਹਨਾਂ ਦਾ ਜਿਹੜੀ ਮੰਗ ਆ ਉਹਨੂੰ ਸਵੀਕਾਰ ਕੀਤਾ ਜਾ ਸਕਦਾ ਸੀ। ਉਹਨਾਂ ਨੂੰ ਕਾਂਗਰਸ ਇਸ ਟਾਈਮ ਤਰਲੋ ਮੱਛੀ ਹੋ ਰਹੀ ਹੈ ਜੀ ਵੀ ਕਿਸੇ ਤਰੀਕੇ ਅਸੀਂ ਉੱਭਰ ਕੇ ਦੁਬਾਰਾ ਵਾਪਸ ਆ ਜਾਈਏ ਜੀ। ਉਸ ਕਾਰਨ ਵਾਸਤੇ ਉਹ ਕੋਈ ਵੀ ਹਥਕੰਡਾ ਬਣਾਊਗੀ। ਅੱਛਾ ਜੀ। ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਹਰ ਇੱਕ ਕਰਕੇ ਸਾਰੀਆਂ ਸਟੇਟਾਂ 'ਚ ਸਫਾਇਆ ਹੋਇਆ ਔਰ ਉਸ ਤੋਂ ਬਾਅਦ ਇੱਕ ਚੱਲ ਪੰਜਾਬ ਦੇ ਰਾਜਸਥਾਨ ਦੇ ਵਿੱਚ ਬਚੇ ਨੇ ਔਰ ਅੰਦੋਲਨ ਵੀ ਸਾਰਾ ਇੱਥੋਂ ਹੀ ਖੜਾ ਕਰਾਇਆ। ਕਾਂਗਰਸ ਖੁਦ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਪੂਰੀ ਮਦਦ ਕਰਦੀ ਰਹੀ। ਇਹਨਾਂ ਨੂੰ ਜੋ ਵੀ ਹੈ ਉਹਨਾਂ ਨੂੰ ਗਲਤ ਸਲਤ ਭੜਕਾਉਣ ਦੇ ਵਿੱਚ ਵੀ ਕਾਂਗਰਸ ਦਾ ਵੱਡਾ ਹੱਥ ਸੀ ਜੀ। ਔਰ ਆਪਣੀਆਂ ਨਾਕਾਮੀਆਂ ਲੁਕਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ, ਪੰਜਾਬ ਦੀ ਸਰਕਾਰ ਨੇ ਇਹਨਾਂ ਦਾ ਮੂੰਹ ਜਿਹੜਾ ਦਿੱਲੀ ਵੱਲ ਨੂੰ ਕਰਤਾ ਜੀ। ਬਈ ਦਿੱਲੀ ਨਾਲ ਮੱਥਾ ਲਾਓ ਜਾ ਕੇ। ਜਿਹੜੀਆਂ ਅਸੀਂ ਇੱਥੇ ਘਪਲੇਬਾਜ਼ੀਆਂ ਕੀਤੀਆਂ ਨੇ ਪੰਜਾਬ ਦੇ ਵਿੱਚ, ਜਿਹੜੀ ਉਹਨਾਂ ਦੀ ਸਕਾਲਰਸ਼ਿਪ ਆਉਂਦੀ ਸੀਗੀ ਉਹਦਾ ਮਸਲਾ ਕੋਈ ਪੁੱਛੇ ਨਾ, ਇਸ ਕਰਕੇ ਦਿੱਲੀ ਵੱਲ ਨੂੰ ਕਰ ਦਿਓ, ਆਪੇ ਦਿੱਲੀ ਦੇ ਦੁਆਲੇ ਹੋ ਜਾਣ ਪਰ ਸਾਡਾ ਜਿਹੜਾ ਇੱਥੇ ਪੰਜਾਬ ਦਾ ਕੋਈ ਸਵਾਲ ਨਾ ਚੱਕਿਆ ਜਾਵੇ ਜੀ। ਇਹ ਪੰਜਾਬ ਸਰਕਾਰ ਜਿਹੜੀ ਪੰਜਾਬ ਦੀ ਕਾਂਗਰਸ ਹੈ, ਇਹਨਾਂ ਨੇ ਸਾਰੀ ਸਾਜ਼ਿਸ਼ ਰਚ ਕੇ ਇਹ ਜਿਹੜਾ ਇਹਨਾਂ ਦਾ ਮੂੰਹ ਦਿੱਲੀ ਵੱਲ ਨੂੰ ਕੀਤਾ। ਸੋ ਮੈਂ ਸਮਝਦਾ ਕਿ ਕਾਂਗਰਸ ਨੇ ਬਹੁਤ ਵੱਡਾ ਕੁਝ ਕਰਨ ਦੇ ਉਹਦੇ ਵਿੱਚ ਹੈ ਕਿ ਸ਼ਾਇਦ ਇਹ ਰਿਵਾਈਵ ਕਰਨ ਵਾਸਤੇ ਆਪਣੇ ਆਪ ਨੂੰ, ਪਰ ਸਮਝਣਾ ਚਾਹੀਦਾ ਲੋਕਾਂ ਨੂੰ ਕਿ ਇਹ ਬੜੀ ਗਹਿਰੀ ਸਾਜ਼ਿਸ਼ ਹੈ। ਪੰਜਾਬ ਦੇ ਬੀਜੇਪੀ ਦੇ ਜਿਹੜੇ ਮੁੱਖ ਆਗੂ ਨੇ ਉਹਨਾਂ ਦਾ ਇਹ ਵੀ ਕਥਨ ਆ ਰਹੇ ਨੇ ਕਿ ਜਿਹੜਾ ਪੰਜਾਬ ਦਾ ਅਮਨ ਕਾਨੂੰਨ ਆ ਉਹ ਠੀਕ ਨਹੀਂ ਹੈਗਾ। ਉਹਨਾਂ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਉਹਨਾਂ ਨੇ ਰੈਲੀਆਂ ਵੀ ਕੀਤੀਆਂ ਪੰਜਾਬ ਦੇ ਅਮਨ ਕਾਨੂੰਨ ਨੂੰ ਲੈ ਕੇ, ਪਰ ਉਹ ਰੈਲੀ ਦਾ ਵਿਰੋਧ ਵੀ ਲੋਕਾਂ ਵੱਲੋਂ ਕੀਤਾ ਗਿਆ ਸੀ। ਤੁਸੀਂ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਕਾਨੂੰਨ ਨੂੰ, ਇਸ ਵੇਲੇ ਸ਼ਾਂਤੀ ਨੂੰ, ਪੰਜਾਬ ਦੀ ਨੂੰ? ਪੰਜਾਬ ਦੇ ਲੋਕਾਂ ਦਾ ਇੱਕ ਨਾ ਨੇਚਰ ਹੈ, ਸੁਭਾਅ ਹੈ ਆਪਣਾ ਜੀ। ਕੋਈ ਵੀ ਐਵੇਂ ਦਾ ਜਦੋਂ ਅੰਦੋਲਨ ਹੁੰਦਾ ਸਾਡੇ ਤੇ ਉਹ ਕਹਿੰਦੇ ਹੁੰਦੇ ਅੰਦਰੋਂ ਭੰਗੜਾ ਪੈਣ ਲੱਗ ਪੈਂਦਾ ਅੰਦਰ ਵੀ ਲੈ ਵੀ ਅਸੀਂ ਤਾਂ ਜਿੰਦਾਬਾਦ ਮੁਰਦਾ ਕਰਨ ਜਾਵਾਂਗੇ ਜੀ। ਤੇ ਹੁਣ ਤੇ ਉਹਨਾਂ ਨੂੰ ਇਹ ਦੱਸ ਦਿੱਤਾ ਗਿਆ ਕਿ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਤੁਹਾਡੀਆਂ ਆਪਣੀਆਂ, ਅਸੀਂ ਮਾਂ ਤੋਂ ਵੱਧ ਪਿਆਰ ਕਰਦੇ ਹਾਂ ਜ਼ਮੀਨ ਨੂੰ, ਵੀ ਇਹਦੇ ਤੇ ਖਤਰਾ ਹੈ ਜੀ, ਇਹਨੂੰ ਤੁਹਾਡੇ ਨੂੰ ਚੁੱਕ ਕੇ ਲੈ ਜਾਣਾ ਕਿਸੇ ਨੇ ਜੀ। ਜਦ ਕਿ ਕੋਰਾ ਝੂਠ ਹੈ। ਜਦੋਂ ਜ਼ਮੀਨ ਦੀ ਗੱਲ ਆਈ, ਅੱਜ ਗਾਣੇ ਵੀ ਉਹੋ ਜਿਹੇ ਬਣਨੇ ਸ਼ੁਰੂ ਹੋ ਗਏ ਜੀ। ਵਟਾਂ ਦੇ ਉੱਤੇ ਜੇ ਬਗਾਨਾ ਪੈਰ ਪੈ ਗਿਆ ਅਸੀਂ ਵੱਢਾਂਗੇ, ਫਲਾਣਾ ਢਿਮਕਾ, ਜੋ ਵੀ ਕੁਛ ਹੋਇਆ ਇਮੋਸ਼ਨਸ ਨਾਲ ਖੇਡਿਆ ਗਿਆ ਬੜੇ ਬੁਰੀ ਤਰੀਕੇ ਦੇ ਨਾਲ। ਪਤਾ ਹੈ ਕਿ ਜੱਟ ਇੱਕ ਇਮੋਸ਼ਨਲ ਕੌਮ ਹੈਗੀ ਆ ਔਰ ਜ਼ਮੀਨ ਨੂੰ ਲੈ ਕੇ ਸਾਡੇ ਇਮੋਸ਼ਨਸ ਬਹੁਤ ਹਾਈ ਹੁੰਦੇ ਨੇ ਜੀ। ਤੋਂ ਇਸ ਕਰਕੇ ਉਹ ਸਭ ਤੋਂ ਗਹਿਰੀ ਚੋਟ ਉੱਥੇ ਵੱਜੀ ਹੈ ਕਿ ਇਸ ਤੁਹਾਡੀ ਤੇ ਜ਼ਮੀਨ ਖੋਲੀ ਜਾਏਗੀ, ਅੰਬਾਨੀਆਂ ਅਦਾਨੀਆਂ ਨੇ ਆ ਕੇ ਕਬਜ਼ੇ ਕਰ ਲੈਣੇ ਆ, ਤੁਹਾਨੂੰ ਗੇਟਾਂ ਦੇ ਵਿੱਚ ਮਜ਼ਦੂਰ ਬਣ ਜਾਓਗੇ, ਤੁਹਾਨੂੰ ਬਾਹਰ ਕੱਢ ਦੇਣਗੇ, ਤੁਹਾਡਾ ਆਹ ਹੋਏਗਾ ਉਹ ਹੋਏਗਾ। ਇਹ ਸਾਰਾ ਕੁਛ ਇੱਕ ਕਾਲਾ ਜਿਹੜਾ ਵਿਖਾ ਕੇ ਉਹਨਾਂ ਨੂੰ, ਤੇ ਇਹ ਅੱਜ ਅੰਦੋਲਨ ਨੂੰ ਭੜਕਾ ਗਿਆ, ਇਸ ਲੈਵਲ ਤੱਕ ਲੈ ਕੇ ਜਾਂਦਾ ਗਿਆ। ਜਦ ਕਿ ਜਿਹੜੇ ਮਸਲੇ, ਜੇ ਕਿਸਾਨੀ ਦੇ ਹੱਕ ਦੀ ਅਸਲ ਦੇ ਵਿੱਚ ਗੱਲ ਕਰਨੀ ਹੈ ਤਾਂ ਜੋ ਅੱਜ ਸਰਕਾਰ ਦੇ ਨਾਲ ਬੈਠ ਕੇ ਨੈਗੋਸੀਏਸ਼ਨ ਹੋਈ ਹੈ, ਜਿਹੜੇ ਮਸਲੇ ਬੜੇ ਦੇਰ ਤੋਂ ਪੈਂਡਿੰਗ ਸੀ, ਜਿਹੜੇ ਨਹੀਂ ਸੀਗੇ ਸੌਰਟ ਆਊਟ ਹੋ ਰਹੇ, ਅੱਜ ਉਹ ਸਾਰੇ ਹੁੰਦੇ ਪਏ ਨੇ। ਜੇ ਕਿਸਾਨ ਲੀਡਰ ਚਾਹੁਣ ਤਾਂ ਸਾਰੇ ਦੇ ਸਾਰੇ ਮਸਲੇ ਅੱਜ ਹੱਲ ਕਰਵਾ ਕੇ ਆਪਣਾ ਵਾਪਸ ਆ ਸਕਦੇ ਨੇ ਔਰ ਪੰਜਾਬ ਦਾ ਕੀ ਪੂਰੇ ਦੇਸ਼ ਦਾ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ। ਉਹ ਦੂਜੀ ਗੱਲ ਇਹ ਵੀ ਆਪਾਂ ਸਿਰਫ ਪੰਜਾਬ ਬਾਰੇ ਸੋਚਦੇ ਰਹੀਏ ਜਾਂ ਹਰਿਆਣਾ ਬਾਰੇ ਸੋਚਦੇ ਰਹੀਏ, ਸਾਡੀ ਪੋਜੀਸ਼ਨ ਬੜੀ ਚੰਗੀ ਹੈ। ਉਹਨਾਂ ਕਿਸਾਨਾਂ ਬਾਰੇ ਵੀ ਤਾਂ ਸੋਚੋ ਨਾ ਜਿਹੜੇ ਉੱਪਰ ਮੱਧ ਪ੍ਰਦੇਸ਼ ਤੋਂ ਅਗਲੇ ਪਾਸੇ ਜਿਹੜੇ ਉੜੀਸਾ 'ਚ ਬੈਠੇ ਨੇ ਜਾਂ ਕਿਤੇ ਹੋਰ ਬੈਠੇ ਨੇ, ਮਹਾਰਾਸ਼ਟਰ 'ਚ ਬੈਠੇ ਨੇ, ਉਹਨਾਂ ਦੇ ਵਾਸਤੇ ਵੀ ਕੁਝ ਸੋਚਣਾ ਪੈਣਾ ਹੈ। ਦੇਸ਼ ਦੀ ਸਰਕਾਰ ਨੂੰ ਸਭ ਨੂੰ ਬਰਾਬਰ ਦਾ ਵੇਖਣਾ ਪੈਂਦਾ। ਹਾਂਜੀ, ਪਰ ਜਿਹੜੇ ਕਿਸਾਨ ਆਗੂ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜੇ MSP ਆ ਜਿਹੜੀ ਉਹ ਪੂਰੇ ਭਾਰਤ ਦੇ ਵਿੱਚ ਲਾਗੂ ਕਰਾਉਣ ਦੇ ਹੱਕ ਵਿੱਚ ਆ, ਤੇ ਜਿਹੜੀ ਅਗਲੀ ਮੀਟਿੰਗ ਉਹਨਾਂ ਨੇ ਸੱਦੀ ਆ 19 ਵਾਲੀ, ਉਹਦੇ ਵਿੱਚ ਵੀ ਉਹਨਾਂ ਦਾ ਕਿਹਾ ਕਿ ਅਸੀਂ MSP ਦੇ ਵਿਚਾਰ ਚਰਚਾ ਕਰਾਂਗੇ ਕਿ ਪੂਰੇ ਭਾਰਤ ਦੇ ਵਿੱਚ ਜਿਹੜੀ ਲਾਗੂ ਹੋ ਜਾਵੇ। ਜਿਵੇਂ ਰਾਜੇਵਾਲ ਜੀ ਨੇ ਵੀ ਇਹ ਗੱਲ ਦਾ ਸਮਰਥਨ ਕੀਤਾ ਕਿ ਅਸੀਂ ਲੋਕਤੰਤਰ ਦੇ ਵਿੱਚ ਰਹਿ ਕੇ ਲੋਕਤੰਤਰਿਕ ਤਰੀਕੇ ਦਾ, ਉਹਨਾਂ ਨੇ ਇਹ ਵੀ ਕਬੂਲ ਕੀਤਾ ਕਿ ਗੱਲਬਾਤ ਆ ਜਿਹੜੀ ਉਹ ਪਬਲਿਕ ਜਿਹੜੀ ਟੇਬਲ ਟਾਕ ਆ ਉਹਦੇ ਪਰ ਬੈਠ ਕੇ ਹੀ ਜਿਹੜੀ ਹੋਵੇਗੀ। ਉਹ ਕਹਿ ਰਹੇ ਕਿ ਅਸੀਂ ਕਰ ਰਹੇ ਨੇ, ਉਹ ਵੀ ਜਿਹੜੀ ਸੱਦੇ ਆਉਂਦੇ ਨੇ ਉਹਨਾਂ ਨੂੰ ਕਬੂਲ ਕਰ ਰਹੇ ਆ, ਸਾਰੀਆਂ ਜਾ ਰਹੀਆਂ ਨੇ। ਪਰ ਢਿੱਲੋਂ ਜੀ ਇੱਕ ਗੱਲ ਆ ਕਿ ਕੱਲ ਜਿਹੜੀ ਗੱਲ ਹੋਈ ਸੀ ਉਹਦੇ ਵਿੱਚ ਇਹ ਸੀ ਕਿ ਉਹਨਾਂ ਨੇ ਇਹ ਕਿਹਾ ਸੀ ਜਿਹੜੀ ਤੁਹਾਡੇ ਤੁਸੀਂ 40-50 ਬੰਦੇ ਆਉਂਦੇ ਆ ਤਾਂ ਇਹਦੀ ਜਿਹੜੀ ਕਮੇਟੀ ਆ ਇਹਨੂੰ ਛੋਟੀ ਕਰੋ। ਪਰ ਰਾਜੇਵਾਲ ਜੀ ਨੇ ਉਹਦੇ ਜਵਾਬ ਵਿੱਚ ਇਹ ਕਿਹਾ ਸੀ ਕਿ ਜੀ 400-500 ਤੋਂ ਵੱਧ ਜਿਹੜੀਆਂ ਜਥੇਬੰਦੀਆਂ ਉਹਨਾਂ ਵੱਲੋਂ ਇਹ 40-50 ਨਿਸ਼ਚਿਤ ਕੀਤੇ ਗਏ ਨੇ, ਉਹਨਾਂ ਦੇ ਵਿੱਚੋਂ ਜੇਕਰ 40-50 ਅੰਦਰ ਜਾਂਦੇ ਨੇ ਤਾਂ ਉਹਦੇ ਵਿੱਚੋਂ ਸਿਰਫ 4 ਬੰਦਿਆਂ ਨੂੰ ਅਧਿਕਾਰ ਹੈ ਕਿ ਉਹ ਬੋਲਣਗੇ, ਬਾਕੀ ਚੁੱਪ ਬੈਠਣਗੇ। ਤੁਹਾਡੀ ਕਿਵੇਂ ਦੇਖ ਰਹੇ ਹੋ ਆਪਣੀ ਪਾਰਟੀ ਦੇ ਵਜੋਂ ਵੀ ਇਹ ਜਿਹੜੀ ਕਮੇਟੀ ਛੋਟੀ ਕਰਨ ਦੀ ਮੰਗ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਫਿਰ ਉਹ ਗੱਲ ਆਉਂਦੀ ਹੈ ਵੀ ਪੰਚਾਂ ਦੇ ਵਿੱਚ ਜਿਹੜਾ ਪਰਮੇਸ਼ਵਰ ਹੁੰਦਾ
ਪੰਚ ਪ੍ਰਧਾਨ ਪੰਚ ਪ੍ਰਵਾਨ ਪੰਚੇ ਪਾਵੇ ਦਰਗੇ ਮਾਨ। ਤੁਸੀਂ ਜੇ ਪੰਚਾਇਤ ਬਣਾਉਣੀ ਹੈ ਤੇ ਉਹ ਜਿੰਨੀ ਛੋਟੀ ਬਣੂਗੀ ਉਹਦੇ ਵਿੱਚ ਇੱਕ ਬਰਕਤ ਵੀ, ਉਹ ਗੱਲ ਕਰਨ ਦਾ ਇੱਕ ਨਤੀਜਾ ਵੀ ਨਿਕਲੇ ਜੀ। ਅੱਜ ਵੱਡੀ ਕਮੇਟੀ 'ਚ ਕੀ ਹੁੰਦਾ ਜੀ, 40-50 ਬੰਦੇ ਬੈਠੇ ਨੇ, ਜੇ ਦੋ ਨੇ ਕੋਈ ਠੀਕ ਢੰਗ ਦੀ ਗੱਲ ਦੇ ਉੱਤੇ ਸਹਿਮਤੀ ਬਣੀ ਆ ਤਾਂ ਉਹ ਦੂਜੇ ਨੇ ਕਹਿ ਦਿੱਤਾ ਉੱਠ ਕੇ ਨਹੀਂ ਨਹੀਂ ਇਹ ਤੇ ਤੁਸੀਂ ਤਾਂ ਜੀ ਆ ਗਲਤ ਕਰਤਾ ਜੀ, ਅਸੀਂ ਤੁਹਾਡੇ ਨਾਲ ਸਹਿਮਤ ਨਹੀਂ ਆ ਜੀ, ਉੱਥੇ ਹੀ ਰੌਲਾ ਪੈ ਜਾਂਦਾ ਜੀ, ਗੱਲ ਉੱਥੇ ਠੱਪ ਹੋ ਜਾਂਦੀ ਹੈ ਜੀ। ਤੈਅ ਕਰ ਲੈਣ ਕੀ ਕਹਿਣਾ ਚਾਹੁੰਦੇ ਆ, ਕੀ ਕਰਨਾ ਚਾਹੁੰਦੇ ਆ, ਕਰਕੇ ਉਹ ਕਮੇਟੀ ਇਹ ਫਾਇਦੇ ਵਾਸਤੇ ਆ ਸਾਰਿਆਂ ਦੇ ਜੀ, ਇਹਦਾ ਕੋਈ ਨੁਕਸਾਨ ਨਹੀਂਗਾ। ਕਦੀ ਵੀ ਜਲਸਿਆਂ ਦੇ ਵਿੱਚ ਖਲੋ ਕੇ ਕਦੀ ਫੈਸਲੇ ਨਹੀਂ ਹੋਇਆ ਕਰਦੇ ਜੀ, ਫੈਸਲੇ ਕਰਨ ਲਈ ਟੇਬਲ ਤੇ ਆਉਣਾ ਪੈਂਦਾ, ਟੇਬਲ ਦੇ ਉੱਤੇ ਬੈਠ ਕੇ ਸਿਰ ਜੋੜ ਕੇ ਬਹਿਣਾ ਪੈਂਦਾ। ਪਰ ਢਿੱਲੋਂ ਜੀ ਮੈਂ ਰੋਕਣਾ ਚਾਹੂੰਗਾ ਕਿਉਂਕਿ ਜਿਹੜੇ 40-50 ਜਿੰਨੇ ਵੀ ਆ ਪਰ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਹੀ ਲਿਖਤੀ ਰੂਪ ਦੇ ਵਿੱਚ ਸੱਦਾ ਦਿੱਤਾ ਗਿਆ ਤਾਂ ਉਹਨਾਂ ਦੇ ਨਾਮ ਲਿਖ ਕੇ, ਪਰ ਇਹ ਵੀ ਇੱਕ ਵੱਡੀ ਗੱਲ ਹੈ ਨਾ। ਪਰ ਚਾਰ ਦਿੱਤਾ ਗਿਆ ਹੁਣ ਜਦੋਂ ਅਗਲਿਆਂ ਨੇ ਕਿਹਾ ਵੀ ਸਾਡੀਆਂ ਆ ਜਥੇਬੰਦੀਆਂ ਨੇ ਜਿਹੜੀਆਂ ਬੈਠੀਆਂ ਨੇ ਆਣ ਕੇ, ਤੇ ਜਿਹੜੀ ਸਰਕਾਰ ਆ ਉਹਨੇ ਤੇ ਖੁੱਲ੍ਹ ਦਿਲੀ ਦਿਖਾਈ ਵੀ ਠੀਕ ਹੈ ਜੀ ਸਾਰੇ ਜਥੇਬੰਦੀਆਂ ਆ ਜਾਓ ਆਪਾਂ ਬੈਠ ਜਾਂਦੇ ਆ। ਹਾਂਜੀ, ਬੈਠ ਕੇ ਚਰਚਾ ਹੋਈ, ਚਰਚਾ ਦੇ ਵਿੱਚ ਆਇਆ ਆ ਇਦਾਂ ਕੀਤਾ ਜਾ ਸਕਦਾ, ਇਦਾਂ ਕੀਤਾ ਜਾ ਸਕਦਾ, ਕੁਝ ਸੁਝਾਅ ਇਹਨਾਂ ਦੇ ਆਏ, ਕੁਝ ਅਫਸਰਾਂ ਦੇ ਆਏ ਹੋਣਗੇ, ਕੁਝ ਮੰਤਰੀ ਦੇ ਆਏ ਹੋਣਗੇ, ਉਹਦੇ ਤੇ ਇੱਕ ਖਾਕਾ ਤਿਆਰ ਹੋ ਗਿਆ। ਹਾਂਜੀ, ਹੁਣ ਉਹਨੂੰ ਛੋਟੀ ਕਮੇਟੀ ਦੇ ਵਿੱਚ ਬੈਠ ਕੇ ਤਾਂ ਤੁਸੀਂ ਸੌਰਟ ਆਊਟ ਕਰ ਸਕਦੇ ਹੋ। ਨਹੀਂ, ਪਰ ਰਾਜੇਵਾਲ ਜੀ ਨੇ ਤਾਂ ਇਹ ਸਾਫ਼ ਕਰ ਦਿੱਤਾ ਕਿ 4 ਤੋਂ ਵੱਧ ਜਿਹੜੇ ਬੰਦੇ ਉਹ ਕਦੇ ਬੋਲੇ ਨਹੀਂ ਹੈਗੇ। ਮੁੱਖ ਭੂਮਿਕਾ ਜੇ ਪਿਛਲੀਆਂ ਮੀਟਿੰਗਾਂ 'ਚ ਦੇਖੀ ਜਾਵੇ ਤਾਂ ਰਾਜੇਵਾਲ ਜੀ ਮੁੱਖ ਭੂਮਿਕਾ ਨਿਭਾ ਰਹੇ ਨੇ, ਉਹੀ ਜ਼ਿਆਦਾ ਬੋਲਦੇ ਨੇ ਅੰਦਰ। ਚਲੋ ਰਾਜੇਵਾਲ ਜੀ ਸਿਆਣੇ ਲੀਡਰ ਨੇ, ਉਹ ਜਿਵੇਂ ਠੀਕ ਸਮਝਦੇ ਨੇ ਉਵੇਂ ਕਰਨ, ਪਰ ਇਹ ਤਾਂ ਇੱਕ ਸੁਝਾਅ ਹੈ ਨਾ। ਹਾਂਜੀ, ਜੋ ਇਧਰੋਂ ਸਰਕਾਰ ਨੇ ਜੋ ਸੁਝਾਅ ਦੇਣਾ ਸੀ ਜਾਂ ਅਸੀਂ ਦੇ ਸਕਦੇ ਹਾਂ, ਅਸੀਂ ਤਾਂ ਕਹਿ ਹੀ ਸਕਦੇ ਹਾਂ। ਢਿੱਲੋਂ ਸਾਹਿਬ, ਅਸੀਂ ਜਾਂਦੇ ਤੁਸੀਂ ਕੀ ਵੇਖਦੇ ਹੋ ਕਿ ਜਿਹੜਾ ਇਹ ਹੱਲ ਕਿਵੇਂ ਨਿਕਲੂਗਾ? ਆਪਣੀ ਨਿੱਜੀ ਰਾਏ ਸਾਨੂੰ ਦਿਓ। ਨਿੱਜੀ ਰਾਏ ਤਾਂ ਵੇਖੋ, ਇੱਕ ਚੀਜ਼ ਦੇ ਉੱਤੇ ਅੜਿਆਂ ਹੱਲ ਨਹੀਂ ਨਿਕਲਦਾ ਹੁੰਦਾ ਜੀ। ਤੁਸੀਂ ਜੋ ਖਦਸ਼ੇ ਉਹ ਕਾਨੂੰਨ ਉਹਨਾਂ ਨੇ ਪੁਆਇੰਟ ਵਾਈਜ਼ ਡਿਸਕਸ ਕੀਤੇ ਆ, ਜਿਹੜੇ ਤੁਹਾਨੂੰ ਖਦਸ਼ੇ ਉਹਨਾਂ ਨੂੰ ਆਪਾਂ ਰਿਮੂਵ ਕਰਾ ਦਈਏ। ਹਾਂਜੀ, ਤੇ ਬਾਕੀ ਜਿਹੜਾ ਕਿਉਂਕਿ ਬਾਕੀ ਦੇ ਦੇਸ਼ ਦਾ ਵੀ ਤੇ ਵੇਖੋ ਨਾ। ਹਾਂਜੀ, ਉਹਨਾਂ ਦਾ ਜਿਨ੍ਹਾਂ ਦਾ ਫਾਇਦਾ ਹੋਣਾ ਉਹਨਾਂ ਦਾ ਆਪਾਂ ਕਿਉਂ ਨੁਕਸਾਨ ਕਰਾਵਾਂਗੇ ਜੀ। ਅੱਜ ਜੇ ਮੰਨ ਲਓ ਫੋਰ ਐਗਜ਼ਾਮਪਲ ਇਹ ਕਾਨੂੰਨ ਆਪਾਂ ਰੱਦ ਕਰ ਦਿੰਦੇ ਆ, ਹਾਂਜੀ, ਤੇ ਜਿਨ੍ਹਾਂ ਦਾ ਇਹਨਾਂ ਕਾਨੂੰਨਾਂ ਦੇ ਨਾਲ ਫਾਇਦਾ ਹੋ ਰਿਹਾ, ਕੱਲ ਨੂੰ ਉਹ ਉੱਠ ਕੇ ਖੜੇ ਹੋ ਕੇ ਆਣ ਕੇ ਦਿੱਲੀ ਦਾ ਘਿਰਾਓ ਨਹੀਂ ਕਰਨਗੇ ਜੀ। ਸੋ ਇਸ ਕਰਕੇ ਵਿਚਲਾ ਹੱਲ ਸਾਡਾ ਨਾਰਥ ਦਾ ਕਿਸਾਨ ਵੀ ਖੁਸ਼ ਹੋਵੇ, ਸਾਡਾ ਸਾਊਥ ਦਾ ਵੀ ਹੋਵੇ, ਸਾਡਾ ਈਸਟ ਦਾ ਵੀ ਹੋਵੇ, ਸਾਡਾ ਵੈਸਟ ਦਾ ਵੀ ਹੋਵੇ ਜੀ। ਸਾਨੂੰ ਸਾਰਿਆਂ ਦਾ ਸੋਚਣਾ ਪੈਂਦਾ। ਸਰਕਾਰ ਸਾਰਿਆਂ ਬਾਰੇ ਸੋਚਦੀ ਆ, ਇਕੱਲੇ ਇੱਕ ਸਟੇਟ ਬਾਰੇ, 2 ਸਟੇਟਾਂ ਬਾਰੇ ਸੋਚ ਕੇ ਅਸੀਂ ਉਸ ਤਰੀਕਾ ਨਹੀਂ। ਇਸ ਕਰਕੇ ਜੋ ਸਾਡੇ ਹੱਕ ਦੀਆਂ ਗੱਲਾਂ ਨੇ ਉਹ ਤੁਸੀਂ ਆਪਦੀਆਂ ਮਨਵਾ ਲਈਏ ਜੀ, ਔਰ ਇਸ ਗੱਲ ਤੋਂ ਪਿੱਛੇ ਹਟਣਾ ਪੈਣਾ ਕਿ ਆਪਾਂ ਕਾਨੂੰਨ ਰੱਦ ਕਰੋ, ਇਹ ਤੋਂ ਬਗੈਰ ਨਹੀਂ ਉੱਠਣਾ ਇਵੇਂ ਦਾ। ਔਰ ਸਰਕਾਰ ਦਾ ਬਿਲਕੁਲ ਮਨਸ਼ਾ ਬਿਲਕੁਲ ਕਲੀਅਰ ਹੈ, ਸਾਫ਼ ਹੈ, सबका साथ सबका विकास करने वाले पासे ਅਸੀਂ ਤੁਰਦੇ ਹਾਂ ਜੀ, ਔਰ ਇਹੀ ਲਾਈਨ ਦੇ ਉੱਤੇ ਚੱਲ ਰਹੇ ਹਾਂ। ਇਸ ਕਰਕੇ ਸਭ ਦਾ ਧਿਆਨ ਰੱਖਣ ਦੀ ਲੋੜ ਹੈ ਜੀ। ਇਹ ਸਨ ਗੁਰਪ੍ਰੀਤ ਸਿੰਘ ਢਿੱਲੋਂ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ, ਬੀਜੇਪੀ ਦੇ ਬੁਲਾਰੇ ਵੱਲੋਂ ਆਪਣੇ ਵਿਚਾਰ ਦਿੱਤੇ ਨੇ। ਇਸ ਵੇਲੇ ਸਮਾਂ ਸਮਾਪਤ ਹੋ ਗਿਆ ਸ਼ੋਅ ਦਾ, ਅਸੀਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਕੀਮਤੀ ਵਿਚਾਰ ਦਿੱਤੇ ਜੀ। ਸਤਿ ਸ਼੍ਰੀ ਅਕਾਲ।